किसान वीरों ਅਤੇ ਭੈਣੋ बहुत बहुत स्वागत है ਤੁਹਾਡਾ ਚੈਨਲ उत्तम खेती पंजाब ਵਿੱਚ। ਜਿਵੇਂ ਕਿ ਆਪ ਸਭ ਜਾਣਦੇ ਹੋ ਕਿ ਅੱਜ ਸੋਮਵਾਰ ਦਾ ਦਿਨ ਹੈ ਔਰ ਸੋਮਵਾਰ ਨੂੰ ਅਸੀਂ ਪਿਛਲੇ ਹਫਤੇ ਦੇ ਦਰਮਿਆਨ ਕਿਸਾਨਾਂ ਵੱਲੋਂ ਪੁੱਛੇ ਗਏ ਸਵਾਲ ਅੱਜ ਇਸ ਪ੍ਰੋਗਰਾਮ ਰਾਹੀਂ ਉਹਨਾਂ ਦੇ ਜਵਾਬ ਮਾਹਰਾਂ ਦੀ ਜ਼ਬਾਨੀ ਆਪ ਤੱਕ ਪਹੁੰਚਦਾ ਕਰਦੇ ਹਾਂ ਤੇ ਤੁਹਾਡੇ ਜਿਹੜੇ ਖੇਤੀਬਾੜੀ ਨੂੰ ਲੈ ਕੇ ਕੋਈ ਵੀ ਮਸਲੇ ਨੇ ਇਹ ਮੌਜੂਦਾ ਸਮੇਂ ਵਿੱਚ ਲੈ ਕੇ ਉਹਨਾਂ ਦਾ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਸੋ ਸਾਡੇ ਕੋਲ ਅੱਜ ਵੱਖ-ਵੱਖ ਫਸਲਾਂ ਨੂੰ ਲੈ ਕੇ ਕਿਸਾਨਾਂ ਵੱਲੋਂ ਸਵਾਲ ਪੁੱਛੇ ਗਏ ਨੇ, ਝੋਨਾ, ਗੰਨਾ, ਮੱਕੀ ਆਦਿ। ਤੇ ਸਭ ਤੋਂ ਪਹਿਲਾਂ ਮੈਂ ਸ਼ੁਰੂਆਤ ਕਰਾਂਗਾ ਝੋਨੇ ਦੀ ਫਸਲ ਤੋਂ। ਤੇ ਸਾਡੇ ਵਿੱਚ ਜਿਹੜੇ ਮਾਹਿਰ ਅੱਜ ਮੌਜੂਦ ਨੇ ਉਹ ਨੇ ਡਾਕਟਰ ਅਮਰੀਕ ਸਿੰਘ ਜੀ, ਜ਼ਿਲ੍ਹਾ ਸਿਖਲਾਈ ਅਫਸਰ ਗੁਰਦਾਸਪੁਰ। ਸੋ ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ। ਸੀਗਾ ਜੀ। ਸੋ ਡਾਕਟਰ ਸਾਹਿਬ, ਝੋਨੇ ਦੀ ਸਾਡੀ ਫਸਲ ਹੁਣ ਨਸਾਰੇ 'ਤੇ ਹੈ ਅਤੇ ਬੜੇ ਕਿਸਾਨ ਵੀਰਾਂ ਦੇ ਸਵਾਲ ਨੇ, ਕਈ ਕੀਟਨਾਸ਼ਕ ਕੀਟਾਂ ਨੂੰ ਲੈ ਕੇ, ਕਈ ਬਿਮਾਰੀਆਂ ਨੂੰ ਲੈ ਕੇ। ਸੋ ਪਹਿਲਾ ਸਵਾਲ ਹੈ, ਇਹ ਬੜਾ ਕਾਫੀ ਜਣਿਆਂ ਦਾ ਸਵਾਲ ਆਇਆ ਹੈ, ਮੈਂ ਨਾਂ ਪਹਿਲਾਂ ਬੋਲ ਦਿੰਦਾ। ਮਨਦੀਪ ਸਿੰਘ ਭੋਪਰ ਸੈਦਾਂ ਤੋਂ, ਹਰਦੀਪ ਸਿੰਘ ਪਿੰਡ ਖਨੌਰੀ ਜ਼ਿਲ੍ਹਾ ਸੰਗਰੂਰ, ਪਲਵਿੰਦਰ ਸਿੰਘ ਪਿੰਡ ਬਰੋਕ ਜੇਰ ਫਤਿਹਗੜ੍ਹ ਸਾਹਿਬ। ਜੇ ਮਾफ़ ਕਰਨਾ ਜੇ ਮੈਂ ਕੁਛ ਪਿੰਡ ਬੋਲਣ 'ਚ ਕੁਛ ਗਾਂਹ ਪਿਛਾਂ ਕਰ ਗਿਆ ਹਾਂ। ਇੰਦਰ ਹੈ ਖਾਨਪੁਰ ਤੋਂ, ਪਠਾਨਕੋਟ ਜ਼ਿਲ੍ਹਾ, ਪ੍ਰਦੀਪ ਸਿੰਘ ਬਾਈਆਂ ਜ਼ਿਲ੍ਹਾ ਗੁਰਦਾਸਪੁਰ। ਸੋ ਇਹ ਸਾਰਿਆਂ ਦਾ ਜਿਹੜਾ ਸਵਾਲ ਹੈ ਉਹ ਪੱਤਾ ਲਪੇਟ ਸੁੰਡੀ ਨੂੰ ਲੈ ਕੇ ਹੈ ਵੀ ਇਹਨਾਂ ਨੇ ਆਪਣੇ ਖੇਤਾਂ ਵਿੱਚ ਪੱਤਾ ਲਪੇਟ ਸੁੰਡੀ ਵੇਖੀ ਹੈ ਅਤੇ ਇਹ ਪੁੱਛਦੇ ਆ ਵੀ ਫਸਲ ਹੁਣ ਨਿਸਰ ਗਈ ਹੈ ਅਤੇ ਕੀ ਸਾਨੂੰ ਕੋਈ ਸਪਰੇਅ ਕਰਨ ਦੀ ਲੋੜ ਹੈ ਪੱਤਾ ਲਪੇਟ ਸੁੰਡੀ ਨੂੰ ਮਾਰਨ ਵਾਸਤੇ ਜਾਂ ਨਹੀਂ, ਇਸ ਬਾਰੇ ਚਾਨਣਾ ਪਾਓ। ਸੋ ਕਿਸਾਨ ਵੀਰੋ, ਕਾਫੀ ਜਿਹੜੇ ਕਿਸਾਨ ਵੱਖ-ਵੱਖ ਜ਼ਿਲ੍ਹਿਆਂ ਤੋਂ, ਵੱਖ-ਵੱਖ ਪਿੰਡਾਂ ਤੋਂ ਜਿਹੜਾ ਉਹ ਕਿਸਾਨਾਂ ਨੇ ਪੁੱਛਿਆ ਹੋਇਆ ਕਿ ਜਿਹੜੀ ਤੁਹਾਡੀ ਪੱਤਾ ਲਪੇਟ ਸੁੰਡੀ ਜਿਹੜੀ ਆ ਉਹ ਝੋਨੇ ਉੱਤੇ ਜਿਹੜੀ ਆ ਉਹਨੇ ਅਟੈਕ ਕੀਤਾ ਸੀ। ਪਿਛਲੇ ਦਿਨ ਹੀ ਦੇਖਿਆ ਹੋਵੇਗਾ ਕਿ ਜਿਹੜਾ ਸਾਡਾ ਮੌਸਮ ਜਿਹੜਾ ਵਾ ਬਦਲਵਾਈ ਨਾਲ ਜਿਹੜਾ ਨਮੀ ਵੀ ਰਹੀ ਆ ਅਤੇ ਨਾਲ ਜਿਹੜਾ ਟੈਂਪਰੇਚਰ ਵੀ ਜਿਹੜਾ ਵੱਧ ਰਿਹਾ ਵਾ। ਇੱਕ ਦੋ ਦਿਨਾਂ 'ਚੋਂ ਜਿਹੜੀ ਸਾਡੀ ਬਾਰਿਸ਼ ਨੇ ਜਿਹੜਾ ਵਾ ਉਹ ਕਾਫੀ ਜਿਹੜਾ ਵਾ ਮੌਸਮ ਜਿਹੜਾ ਸੁਹਾਵਣਾ ਕੀਤਾ ਵਾ। ਸੋ ਇਹਦੇ ਵਿੱਚ ਦੇਖਿਆ ਗਿਆ ਕਿ ਕੁਝ ਥਾਵਾਂ ਦੇ ਉੱਤੇ ਪੱਤਾ ਲਪੇਟ ਸੁੰਡੀ ਨੇ ਕਾਫੀ ਜ਼ਿਆਦਾ ਜਿਹੜਾ ਵਾ ਉਹ ਅਟੈਕ ਕੀਤਾ ਸੀ। ਉਹ 'ਚ ਦੇਖਣ ਦੀ ਗੱਲ ਇਹ ਹੈ ਕਿ ਜੇਕਰ ਤੁਹਾਡੀ ਫਸਲ ਜਿਹੜੀ ਆ ਨਿਸਰਨ ਜਿਹੜੀ ਆ ਜਾਂ ਨਿਸਰਨ ਤੋਂ ਪਹਿਲਾਂ ਵਾ, ਜਿਹੜੇ ਦਾਣੇ ਨਹੀਂ ਬਣੇ ਅਜੇ ਜਾਂ ਉਦੋਂ ਅਜੇ ਬੂਰ ਨਹੀਂ ਪਿਆ, ਅਤੇ ਫਿਰ ਤਾਂ ਆਪਾਂ ਜਿਹੜੀ ਆ ਇਹ ਛਿੜਕਾਅ ਜਿਹੜਾ ਵਾ ਉਹ ਕਰ ਸਕਦੇ ਹਾਂ। ਪਰ ਮੇਰਾ ਖਿਆਲ ਹੈ ਕਿ ਜਿਹੜੀ ਹੁਣ ਬਰਸਾਤ 2 ਦਿਨ ਹੋਈ ਆ ਇਹਦੇ ਨਾਲ ਕਾਫੀ ਜਿਹੜਾ ਵਾ ਉਹਦਾ ਹੱਲ ਹੋ ਗਿਆ ਹੋਵੇਗਾ। ਪਰ ਫਿਰ ਵੀ ਜੇਕਰ ਕਿਸਾਨ ਵੀਰਾਂ ਨੂੰ ਜੇ ਲੱਗਦਾ ਵਾ ਕਿ ਉੱਥੇ ਆਪਾਂ ਜਿਹੜੀ ਆ ਉਹ 100 ਪਿੱਛੇ ਜਿਹੜੀ 5 ਤੋਂ ਲੈ ਕੇ 10 ਜਿਹੜੇ ਪੱਤੇ ਜਿਹੜੇ ਆ ਉਹ ਖਰਾਬ ਵੱਡੇ ਹੋਏ ਆ, ਬੂਟੇ ਖਰਾਬ ਹੋਏ ਆ, ਅਤੇ ਜਿਹੜਾ ਤੁਹਾਡਾ ਆਰਥਿਕ ਘਾਟ ਤੋਂ ਉੱਪਰ ਦੀ ਜਿਹੜੀ ਆ ਸੰਖਿਆ ਵਾ, ਫਿਰ ਆਪਾਂ ਜਿਹੜੀ ਉੱਥੇ ਜਿਹੜੀ ਆਪਾਂ ਜਿਹੜੀ ਆ ਉਹ ਜਿਹੜੀ ਫੇਮ ਦਵਾਈ ਆ, ਫੇਮ ਦਵਾਈ ਆ, ਉਹ ਆਪਾਂ ਜਿਹੜੀ 20 ਗ੍ਰਾਮ ਜਿਹੜੀ 20 ml ਜਿਹੜੀ ਦਵਾਈ ਜਿਹੜੀ ਆ ਉਹ ਆਪਾਂ ਪਰ ਇੱਕ ਦੇ ਹਿਸਾਬ ਨਾਲ 100 ਤੋਂ ਲੈ ਕੇ 150 ਲੀਟਰ ਪਾਣੀ ਵਿੱਚ ਘੋਲ ਕੇ ਉਹਦੀ ਆਪਾਂ ਛਿੜਕਾਅ ਕਰ ਸਕਦੇ ਹਾਂ। ਇਸ ਤੋਂ ਇਲਾਵਾ ਜਿਹੜੀ ਆ 60 ml ਜਿਹੜੀ ਕੋਰਾਜਿਨ ਆ ਉਹਦੀ ਵੀ ਆਪਾਂ ਸਪਰੇਅ ਕਰ ਸਕਦੇ ਹਾਂ। ਸੋ ਇਹ ਜਿਹੜੀਆਂ ਇਹ ਦੋਵਾਂ ਦਵਾਈਆਂ, ਦੋਵਾਂ ਕੀਟਨਾਸ਼ਕਾਂ ਦੇ ਵਿੱਚੋਂ ਕੋਈ ਵੀ ਆਪਾਂ ਇੱਕ ਜਿਹੜੀ ਆ ਉਹ ਆਪਾਂ ਛਿੜਕਾਅ ਕਰ ਸਕਦੇ ਹਾਂ। ਬਾਕੀ ਇਹ ਦੇਖਣ ਦੀ ਵਾਲੀ ਗੱਲ ਹੈ ਕਿ ਜਿਹੜੀ ਆਪਾਂ ਜਿਹੜੀ ਉਹਦੀ ਡੋਜ਼ ਜਿਹੜੀ ਆ ਉਹ ਘਟਾਉਣੀ ਵਧਾਉਣੀ ਨਹੀਂ ਹੈਗੀ, ਕਿਉਂਕਿ ਬਹੁਤੀ ਤੁਹਾਨੂੰ ਦੇਖਿਆ ਜਾਂਦਾ ਕਿ ਜਿਹੜੀ 20 ml ਵਾਲੀ ਜਿਹੜੀ ਆ ਉਹ ਆਪਾਂ ਵਧਾ ਦਿੰਦੇ ਹਾਂ ਵੀ ਪਤਾ ਨਹੀਂ 20 ml ਕਿੰਨੇ ਵਿੱਚ ਪੂਰਾ ਕੰਮ ਕਰੇਗੀ ਕਿ ਨਹੀਂ ਕਰੇਗੀ, ਪਰ ਉਹਨੂੰ ਵਧਾਉਣਾ ਨਹੀਂ ਹੈਗਾ। ਜਿੰਨੀ ਰਿਕਮੈਂਡ ਕੀਤੀ ਗਈ ਆ ਉਨੀ ਆਪਾਂ ਸਿਫਾਰਿਸ਼ ਕਰਨੀ ਆ। ਪਰ ਸਿਫਾਰਿਸ਼ ਜਿਹੜੀ ਛਿੜਕਾਅ ਤਾਂ ਕਰਨਾ ਜੇਕਰ ਤੁਹਾਨੂੰ ਲੱਗਦਾ ਵਾ ਕਿ ਇਹ ਆਰਥਿਕ ਘਾਟ ਤੋਂ ਵੱਧ ਆ, ਅਤੇ ਜੇਕਰ ਉਹ ਦਾਣੇ ਪੂਰੇ ਸਖਤ ਬਣ ਗਏ ਦੇ ਆ ਅਤੇ ਮੇਰੇ ਖਿਆਲ ਉੱਥੇ ਲੋੜ ਨਹੀਂ ਕਰਦੀ ਹੈਗੀ, ਕਿਉਂਕਿ ਉਹ ਦਾਣੇ ਇਸ ਵੇਲੇ ਜਿਹੜੇ ਬਣ ਚੁੱਕੇ ਆ। ਸਾਡਾ ਮੇਨ ਮਕਸਦ ਸੀ ਕਿ ਜਿਹੜਾ ਤੁਹਾਡਾ ਝੰਡਾ ਪੱਤਾ ਵਾ, ਜਿਹਨੂੰ ਆਪਾਂ ਫਲੈਗ ਲੀਫ ਕਹਿ ਦਿੰਦੇ ਆ, ਉਹ ਸਾਡਾ ਬਚਿਆ ਹੋਣਾ ਚਾਹੀਦਾ ਵਾ। ਅਤੇ ਜੇ ਉਹ ਬਚਿਆ ਵਾ ਤਾਂ ਫਿਰ ਸਾਨੂੰ ਕੋਈ ਬਹੁਤੀ ਘਬਰਾਉਣ ਦੀ ਲੋੜ ਨਹੀਂ ਆ। ਅਤੇ ਜੇ ਉਹ 'ਤੇ ਲੱਗਦਾ ਤੁਹਾਨੂੰ ਕਿ ਉਹਦਾ ਨੁਕਸਾਨ ਹੋ ਰਿਹਾ ਵਾ, ਫਿਰ ਆਪਾਂ ਛਿੜਕਾਅ ਜਿਹੜਾ ਵਾ ਇਹ ਦੋਵਾਂ 'ਚੋਂ ਕੀਟਨਾਸ਼ਕਾਂ 'ਚੋਂ ਕੋਈ ਵੀ ਆਪਾਂ ਜਿਹੜੀ ਆ ਉਹ ਆਪਾਂ ਛਿੜਕਾਅ ਕਰ ਸਕਦੇ ਹਾਂ। ਅਤੇ ਇਹਦੇ ਨਾਲ ਕੀ ਤੁਹਾਡੀ ਜਿਹੜੀ ਪੱਤਾ ਲਪੇਟ ਸੁੰਡੀ ਜਿਹੜੀ ਆ ਉਹ ਖਤਮ ਹੋ ਜਾਏਗੀ। ਅਦਰਵਾਈਜ਼ ਦੇਖਿਆ ਗਿਆ ਕਿ ਜੇ ਅਸੀਂ ਦੇਖੀਏ ਤਾਂ ਮੋਸਟਲੀ ਜਿਹੜੀ ਜਿੰਨੀ ਵੀ ਸਾਡੀ ਫਸਲ ਆ ਬਹੁਤਾਤ ਦੇ ਵਿੱਚ ਜਿਹੜੀ ਆ ਕਿਤੇ ਵੀ ਕੋਈ ਬਹੁਤਾ ਜਿਹੜਾ ਵਾ ਕੀੜਾ ਮਕੌੜਾ ਨਹੀਂ ਹੈਗਾ, ਪਰ ਕੁਛ ਥਾਵਾਂ ਦੇ ਉੱਤੇ ਜਿਹੜਾ ਵਾ ਉਹ ਇਹਨੇ ਜਿਹੜਾ ਵਾ ਕਾਫੀ ਜਿਹੜਾ ਵਾ ਉਹ ਹਮਲਾ ਕੀਤਾ ਵਾ। ਸੋ ਆਪਾਂ ਦੇਖ ਕੇ ਹਾਲਾਤ ਦੇਖ ਕੇ ਜਿਹੜੀ ਆਪਾਂ ਛਿੜਕਾਅ ਕਰਨਾ ਵਾ। ਸੋ ਡਾਕਟਰ ਸਾਹਿਬ, ਅਗਲਾ ਸਵਾਲ ਹੈ ਜੋ ਵੀ 2-3 ਕਿਸਾਨਾਂ ਦਾ ਇੱਕ ਸਾਂਝਾ ਸਵਾਲ ਹੈ। ਜਿਹੜੇ ਕਿਸਾਨ ਨੇ ਪੁੱਛਦੇ ਨੇ ਕਿ ਜਿਹੜੇ ਮੈਂ ਕਿਸਾਨਾਂ ਦੇ ਨਾਂ ਲੈ ਦਿੰਦਾ, ਸਰਦਾਰ ਕਵਲਜੀਤ ਸਿੰਘ ਪੰਜਗਰਾਈਆਂ ਕਾਦੀਆਂ ਗੁਰਦਾਸਪੁਰ ਤੋਂ, ਨਵਨੀਤ ਕੁਮਾਰ ਜੀ ਠਾਣੇਵਾਲ ਪਿੰਡ ਤੋਂ, ਅਤੇ ਪ੍ਰਦੀਪ ਸਿੰਘ ਮਾਂ ਦੇ ਕਲਾਂ ਜ਼ਿਲ੍ਹਾ ਗੁਰਦਾਸਪੁਰ ਤੋਂ। ਇਹਨਾਂ ਦਾ ਸਵਾਲ ਜਿਹੜਾ ਹੈ ਸ਼ੀਤ ਬਲਾਈਟ ਦੇ ਸੰਬੰਧ 'ਚ ਹੈ ਵੀ ਜਿਹੜੇ ਥੱਲੇ ਧੱਬੇ ਪੈ ਜਾਂਦੇ ਆ ਬੂਟਿਆਂ ਦੀ ਜੜ੍ਹਾਂ ਲਾਗੇ, ਉਸ ਬਾਰੇ ਜਾਣਕਾਰੀ ਚਾਹੁੰਦੇ ਆ ਕਿ ਕੀ ਅਸੀਂ ਉਹ ਇਹ ਮੁਸ਼ਕਲ ਆ ਗਈ ਹੈ ਉਹਨਾਂ ਨੂੰ ਅਤੇ ਕੀ ਕਰ ਸਕਦੇ ਨੇ।
ਨੁਕਸਾਨ ਵੀਰੋ ਜਿੱਦਾਂ ਪਹਿਲਾਂ ਗੱਲ ਕੀਤੀ ਹੈ ਕਿ ਮੌਸਮ ਜਿਹੜਾ ਵਾ ਸਾਡਾ ਇਹੋ ਜਿਹਾ ਹੀ ਕਿ ਉਹਦੇ 'ਚ ਬੱਦਲਵਾਈ ਵੀ ਰਹੀ ਆ ਅਤੇ ਬਾਰਿਸ਼ ਵੀ ਕਿਤੇ ਕਿਤੇ ਹੋਈ ਆ ਅਤੇ ਨਮੀ ਵੀ ਜਿਹੜੀ ਹਵਾ ਦੇ ਵਿੱਚ ਜ਼ਿਆਦਾ ਸੀ। ਤਾਂ ਉਹਦੇ ਨਾਲ ਜਿਹੜਾ ਵਾ ਇਹ ਸਾਡੇ 15-20 ਦਿਨ ਜਿਹੜੇ ਬੜੇ ਕਰੂਸ਼ਲ ਰਹੇ ਆ ਅਤੇ ਇਹਦੇ ਵਿੱਚ ਕੁਛ ਬਿਮਾਰੀਆਂ ਨੇ ਵੀ ਜਿਹੜਾ ਵਾ ਉਹ ਝੋਨੇ ਦੀ ਫਸਲ ਦੇ ਉੱਤੇ ਅਟੈਕ ਕੀਤਾ ਵਾ। ਉਹਦੇ ਵਿੱਚ ਜਿਹੜਾ ਤੁਹਾਡਾ ਤਣੇ ਦੁਆਲੇ ਪੱਤੇ ਦਾ ਝੁਲਸ ਰੋਗ ਜਿਹੜਾ ਵਾ, ਜਿਹਨੂੰ ਆਪਾਂ ਸ਼ੀਥ ਪੈਡ ਵੀ ਕਹਿ ਦਿੰਦੇ ਆ, ਉਹ ਕਈ ਥਾਵਾਂ 'ਤੇ ਦੇਖੀ ਗਈ ਆ, ਪਰ ਉਹ ਵੱਡੀ ਤਾਦਾਦ ਵਿੱਚ ਬਹੁਤੀ ਨਹੀਂ ਹੈਗੀ, ਜ਼ਿਆਦਾ ਤਾਦਾਦ 'ਚ ਨਹੀਂ ਹੈਗੀ, ਜ਼ਿਆਦਾ ਉਹਦਾ ਹਮਲਾ ਨਹੀਂ ਹੈਗਾ। ਪਰ ਫਿਰ ਵੀ ਜੇਕਰ ਅਸੀਂ ਦੇਖਦੇ ਹਾਂ ਕਿ ਉਹ ਮੁੱਢਾਂ ਵਾਲੇ ਪਾਸੇ ਕਈ ਥਾਵਾਂ 'ਤੇ ਜਿੱਦਾਂ ਪਰਾਲੀ ਸੁੱਕੀ ਹੁੰਦੀ ਆ, ਉਹ ਸੁੱਕ ਜਾਂਦੀ, ਬੂਟੇ ਪੱਤੇ ਜਿਹੜੇ ਸੁੱਕ ਜਾਂਦੇ ਆ, ਅਤੇ ਉਹਦੇ ਜਿਹੜੇ ਤੁਹਾਡੇ ਧੱਬੇ ਸਲੇਟੀ ਰੰਗ ਦੇ ਧੱਬੇ ਪੈ ਜਾਂਦੇ ਆ, ਅਤੇ ਉੱਪਰੋਂ ਜਿਹੜੇ ਨੇ ਉਹ ਆਲੇ ਦੁਆਲੇ ਜਿਹੜੇ ਉੱਪਰੋਂ ਜਿਹੜੇ ਆ ਉਹ ਗੁਲਾਬੀ ਰੰਗ ਦੇ ਹੁੰਦੇ ਆ। ਸੋ ਇਹ ਜੇ ਦੇਖਦੇ ਆ ਤਾਂ ਇਹਦਾ ਮਤਲਬ ਕਿ ਸਾਡੀ ਸ਼ੀਥ ਬਾਈਟ ਜਿਹੜੀ ਆ, ਤਣੇ ਦੁਆਲੇ ਪੱਤੇ ਦਾ ਝੁਲਸ ਰੋਗ ਜਿਹੜਾ ਉਹ ਰੋਗ ਹੈਗਾ ਵਾ, ਕਿਉਂਕਿ ਇਹ ਜਦੋਂ ਐਡਵਾਂਸ ਸਟੇਜ ਵਿੱਚ ਹੋ ਜਾਂਦਾ ਵਾ, ਜਦੋਂ ਮੰਨ ਲਓ ਗਾਂਹ ਚੱਲ ਜਾਂਦਾ ਵਾ, ਅਤੇ ਫਿਰ ਇਹ ਜਿਹੜਾ ਵਾ ਉਹ ਉੱਪਰਲੇ ਪੱਤਿਆਂ ਤੱਕ ਪਹੁੰਚ ਜਾਂਦਾ ਵਾ, ਅਤੇ ਉੱਪਰਲੇ ਪੱਤਿਆਂ ਤੱਕ ਪਹੁੰਚਣ ਦੇ ਨਾਲ ਜਿਹੜਾ ਵਾ ਉਹ ਬਿਲਕੁਲ ਜਿਹੜਾ ਵਾ ਉਹਦੀ ਸਾਡੀ ਮੁੰਜਰ ਦੇ ਵਿੱਚ ਦਾਣੇ ਨਹੀਂ ਬਣਦੇ, ਫੋਕ ਵੱਜ ਜਾਂਦੀ ਆ। ਤਾਂ ਕਈ ਵਾਰੀ ਤਾਂ ਬਹੁਤ ਨੁਕਸਾਨ ਹੋ ਜਾਂਦਾ ਵਾ ਜੇ ਵੱਜ ਜਾਵੇ, ਕਿਉਂਕਿ ਬੱਦਲਵਾਈ ਹੁਣ ਹੈਗੀ ਆ। ਤਾਂ ਉੱਥੇ ਮੇਰੀ ਇਹੀ ਸਿਫਾਰਿਸ਼ ਹੈ ਕਿ ਜਿਹੜੀ ਤੁਹਾਡੀ ਫੰਗੀਸਾਈਡ ਆ, ਜਿਹੜੀ ਤੁਹਾਡੀ ਉਲੀਨਾਸ਼ਕ ਹੈ, ਟੈਬੂਕੋਨਾਜ਼ੋਲ ਆ, ਚਾਹੇ ਉਹਦੇ ਵਿੱਚ ਐਮੀਸਟਰ ਟੌਪ ਆ, ਉਹ 200 ਮਿਲੀਲੀਟਰ ਜਿਹੜਾ ਪਰ ਏਕੜ ਦੇ ਹਿਸਾਬ ਨਾਲ ਜਿਹੜਾ ਵਾ ਉਹ ਆਪਾਂ ਕਦੀ ਛਿੜਕਾਅ ਕਰ ਸਕਦੇ ਹਾਂ। ਇਸੇ ਤਰ੍ਹਾਂ ਜਿਹੜੀ 80 ਗ੍ਰਾਮ ਨੈਟਿਵੋ ਆ, ਉਹ ਆਪਾਂ ਛਿੜਕਾਅ ਕਰ ਸਕਦੇ ਹਾਂ। ਸੋ ਇਹਦਾ ਛਿੜਕਾਅ ਕਰਨ ਵੇਲੇ ਇਹ ਖਿਆਲ ਰੱਖਣਾ ਕਿ ਨੋਜ਼ਲ ਜਿਹੜੀ ਗੋਲ ਵਰਤਣੀ ਆ, ਅਤੇ ਇਹਦਾ ਪਾਣੀ ਜਿਹੜਾ ਵਾ ਘੱਟੋ ਘੱਟ 200 ਲੀਟਰ ਪਾਣੀ ਜਿਹੜਾ ਵਾ, 150 ਲੈ ਕੇ 200 ਲੀਟਰ ਪਾਣੀ ਜਿਹੜਾ ਵਾ ਉਹ 1 ਏਕੜ 'ਚ ਲੱਗੇ। ਅਤੇ ਜਿਹੜੀ ਸਪਰੇਅ ਕਰਨੀ ਹੈ ਮੁੱਢਾਂ ਵਾਲੇ ਪਾਸੇ ਕਰਨੀ ਆ, ਜੇ ਤੁਹਾਨੂੰ ਦੇਖਦਾ ਪਿਆ ਵੀ ਇਹ ਨੁਕਸਾਨ ਜ਼ਿਆਦਾ ਕਰ ਰਹੀ ਆ। ਵੈਸੇ ਤਾਂ ਜਿਹੜੀ ਜਦੋਂ ਵੀ ਤੁਹਾਡੀ ਮੁੱਢਾਂ ਵਾਲੇ ਪਾਸੇ, ਕਿਉਂਕਿ ਇਹ ਜਿਹੜੇ ਖੇਤ ਦੇ ਆਲੇ ਦੁਆਲੇ ਜ਼ਿਆਦਾ ਪਹਿਲਾਂ ਹੁੰਦੀ ਆ, ਅਤੇ ਉੱਥੇ ਕਰ ਦੇਣੀ ਚਾਹੀਦੀ ਆ। ਅਤੇ ਬਾਕੀ ਮੌਸਮ ਦੇਖ ਕੇ, ਮੰਨ ਲਓ ਬਾਰਿਸ਼ ਜਿਹੜੇ ਬੱਦਲ ਹੋਈ ਦੀ ਆ, ਫਿਰ ਦੇਖ ਲੈਣਾ ਕਿ ਜਿਹੜੀ ਬਾਰਿਸ਼ ਜਿਹੜੀ ਆ ਉਹ ਕੋਈ 8-10 ਘੰਟੇ ਵਿੱਚ ਨਾ ਪਵੇ, ਤਾਂ ਉਦੋਂ ਆਪਾਂ ਛਿੜਕਾਅ ਕਰ ਸਕਦੇ ਹਾਂ ਅਤੇ ਇਹਦਾ ਬਚਾਅ ਹੋ ਜਾਊਗਾ। ਨਹੀਂ ਅਦਰਵਾਈਜ਼ ਜਿਹੜਾ ਵਾ ਇਹ ਜ਼ਿਆਦਾ ਵੱਧ ਵੀ ਸਕਦੀ ਹੈ। ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ। ਡਾਕਟਰ ਸਾਹਿਬ ਅਗਲਾ ਜਿਹੜਾ ਸਵਾਲ ਹੈ ਉਹ ਸਰਦਾਰ ਦਲਬੀਰ ਸਿੰਘ ਸਾਲੇ ਚੱਕ ਤੋਂ ਜ਼ਿਲ੍ਹਾ ਗੁਰਦਾਸਪੁਰ ਤੋਂ ਪੁੱਛਦੇ ਨੇ। ਕਹਿੰਦੇ ਨੇ ਵੀ ਮੇਰੀ 11-21 ਦੀ ਫਸਲ ਹੈ ਬਾਸਮਤੀ, ਉੱਤੇ ਭੂਰੇ ਧੱਬਿਆਂ ਦਾ ਜਿਹੜਾ ਰੋਗ ਹੈ ਉਹ ਆ ਗਿਆ ਹੈ। ਬਿਲਕੁਲ। ਸੋ ਇਸ ਬਾਰੇ ਉਹ ਕਿਸਾਨ ਕੀ ਕਰ ਸਕਦੇ ਨੇ, ਇਸ ਬਾਰੇ ਜਾਣਨਾ ਪਊ। ਸੋ ਕਿਸਾਨ ਵੀਰੋ, ਜਿਸ ਤਰ੍ਹਾਂ ਪਹਿਲਾਂ ਗੱਲ ਕੀਤੀ ਹੈ ਕਿ ਜਿਹੜੇ ਤੁਹਾਡੀ ਇਸ ਵੇਲੇ ਮੌਸਮ ਜਿਹੜਾ ਵਾ ਇਹ ਸਿੱਲਾ ਵਾ, ਬੱਦਲਵਾਈ ਮੀਂਹ ਵੀ ਆ, ਇਹਦੇ ਨਾਲ ਜਿਹੜੀਆਂ ਕੁਛ ਬਿਮਾਰੀਆਂ ਜਿਹੜੀਆਂ ਨੇ ਉਹ ਫਸਲਾਂ ਦੇ ਉੱਪਰ, ਝੋਨੇ ਦੀ ਫਸਲ ਦੇ ਉੱਤੇ, ਬਾਸਮਤੀ ਦੀ ਫਸਲ ਦੇ ਉੱਪਰ ਆ ਸਕਦੀ ਆ। ਸੋ ਇਹ ਦਲਬੀਰ ਸਿੰਘ ਹੋਣਾ ਜਿਹੜੀ ਇੱਕ ਵੀਡੀਓ ਫੋਟੋ ਭੇਜੀ ਹੈ, ਉਹਦੇ ਵਿੱਚ ਵੀ ਇਸ ਤਰ੍ਹਾਂ ਲੱਗ ਰਿਹਾ ਕਿ ਉਹਦੇ ਵਿੱਚ ਜਿਹੜੇ ਆ ਭੂਰੇ ਧੱਬਿਆਂ ਦਾ ਰੋਗ ਹੈਗਾ ਵਾ। ਜੇਕਰ ਉਹਦੇ ਵਿੱਚ ਜ਼ਿਆਦਾ ਤੋਂ ਭੂਰੇ ਧੱਬਿਆਂ ਦਾ ਰੋਗ ਵੱਧਦਾ ਪਿਆ ਵਾ, ਤਾਂ ਫਿਰ ਸਾਡੀ ਜਿਹੜੀ ਹੈ 500 ਗ੍ਰਾਮ ਕਾਪਰ ਹਾਈਡਰੋਕਸਾਈਡ ਜਿਹੜੀ ਆ, ਉਹਨੂੰ ਆਪਾਂ ਪ੍ਰਤੀ ਕਿੱਲੇ ਹਿਸਾਬ ਨਾਲ 150 ਲੀਟਰ ਪਾਣੀ ਦੇ ਵਿੱਚ ਘੋਲ ਕੇ ਉਹ ਆਪਾਂ ਛਿੜਕਾਅ ਕਰ ਸਕਦੇ ਹਾਂ। ਅਤੇ ਉਹਦੇ ਨਾਲ ਜਿਹੜਾ ਵਾ ਗਾਂ ਵੱਧਰੋਂ ਜਿਹੜੀ ਵਧੇਗੀ ਨਹੀਂ, ਕਿਉਂਕਿ ਇਹ ਬਿਮਾਰੀ ਜਿਹੜੀ ਜੇਕਰ ਜ਼ਿਆਦਾ ਵੱਧਦੀ ਆ ਤਾਂ ਫਿਰ ਤੁਹਾਡੇ ਦਾਣੇ ਵੀ ਜਿਹੜੇ ਉਹ ਦਾਗੀ ਕਰੇਗੀ, ਉਹਦੇ ਨਾਲ ਜਿਹੜਾ ਤੁਹਾਡੀ ਪ੍ਰੋਬਲਮ ਜਿਹੜੀ ਆ ਵਧੇਗੀ, ਕਿਉਂਕਿ ਦਾਗੀ ਕਰੇਗੀ ਅਤੇ ਦਾਣੇ ਜਿਹੜੇ ਆ ਫੋਕ ਜ਼ਿਆਦਾ ਵਧੇਗੀ। ਕੁਆਲਿਟੀ ਜੇਕਰ ਤੁਹਾਡੀ ਉਹ ਜ਼ਿਆਦਾ ਹੋ ਰਹੀ ਆ ਤਾਂ ਫਿਰ ਆਪਾਂ ਉੱਥੇ ਜਿਹੜੀ ਆ ਇਹ ਉਲੀਨਾਸ਼ਕ ਦੀ ਸਪਰੇਅ ਕਰ ਸਕਦੇ ਹਾਂ। ਡਾਕਟਰ ਸਾਹਿਬ ਅਗਲਾ ਸਵਾਲ ਹੈ ਸਰਦਾਰ ਗੁਰਪ੍ਰੀਤ ਸਿੰਘ ਪੱਡਾ ਭੋਪਰ ਸੈਦਾਂ ਅਤੇ ਕੰਵਰਦੀਪ ਸਿੰਘ ਜ਼ਿਲ੍ਹਾ ਗੁਰਦਾਸਪੁਰ ਤੋਂ ਪੁੱਛਦੇ ਨੇ ਵੀ ਉਹਨਾਂ ਦੇ ਖੇਤਾਂ 'ਚ ਝੂਠੀ ਕਾਂਗਿਆਰੀ ਦਾ ਜਿਹੜਾ ਹਮਲਾ ਦੇਖਣ ਨੂੰ ਮਿਲਿਆ, ਤੇ ਜਿੱਦਾਂ ਅਕਸਰ ਸਿਫਾਰਿਸ਼ ਕੀਤੀ ਜਾਂਦੀ ਹੈ ਵੀ ਇਹ ਸਮੇਂ ਦਰਮਿਆਨ ਵੀ 13-0-45 ਦੀ ਸਪਰੇਅ ਕੀਤੀ ਜਾਵੇ ਜੇ ਥੋੜ੍ਹਾ ਕੁਆਲਿਟੀ ਪੱਖੋਂ ਜੇ ਜਾਣਾ ਹੈ ਦਾਣਿਆਂ ਦੀ। ਉਹ ਕਹਿੰਦੇ ਨੇ ਵੀ ਹੁਣ ਇਹ ਬਿਮਾਰੀ ਸਾਡੇ ਖੇਤ 'ਚ ਆ ਗਈ ਹੈ, ਵੀ ਕੀ ਉਹ 13-0-45 ਅਤੇ ਕਾਪਰ ਹਾਈਡਰੋਕਸਾਈਡ ਨੂੰ ਮਿਕਸ ਕਰਕੇ ਸਪਰੇਅ ਕਰ ਸਕਦੇ ਆ ਜਾਂ ਨਹੀਂ? ਸੋ ਗੁਰਪ੍ਰੀਤ ਸਿੰਘ ਦੀ ਗੱਲ ਜਿੱਦਾਂ ਕਿ ਤੁਹਾਡੀ ਜਿਹੜੀ ਇਸ ਵੇਲੇ ਜਿਹੜਾ ਮੌਸਮ ਜਿਹੜਾ ਵਾ ਇਹ ਬਿਮਾਰੀਆਂ ਦੇ ਫੈਲਣ ਦਾ ਬੜਾ ਅਨੁਕੂਲ ਆ, ਕਿਉਂਕਿ ਜਿਹੜੀ ਸਾਡੀ ਝੂਠੀ ਕਾਂਗਿਆਰੀ ਆ ਇਹ ਉੱਥੇ ਹੁੰਦੀ ਜਿੱਥੇ ਪਿਛਲੇ ਸਾਲ ਉਹਨਾਂ ਖੇਤਾਂ ਦੇ ਵਿੱਚ ਹੈਗੀ ਆ, ਖਾਸ ਕਰਕੇ PR 126 ਦੇ ਵਿੱਚ। PR 126 ਦੇ ਆਮ ਕਰਕੇ ਕਿਸਾਨ ਜਿਹੜੇ ਵੀਰ ਜਿਹੜੇ ਨੇ ਉਹ ਯੂਰੀਆ ਖਾਦ ਜਿਹੜੀ ਜ਼ਿਆਦਾ ਵਰਤ ਦਿੰਦੇ ਆ। ਜਦੋਂ ਆਪਾਂ ਯੂਰੀਆ ਖਾਦ ਵਰਤਦੇ ਆ ਤਾਂ ਫਿਰ ਇਹ ਬਿਮਾਰੀ ਜਿਹੜੀ ਆ ਉਹ ਉੱਥੇ ਜਿਹੜੀ ਆ ਜਾਂਦੀ ਆ। ਪਿਛਲੇ ਸਮੇਂ ਦੇਖਿਆ ਗਿਆ ਕਿ ਇਹ 126 ਦੇ ਉੱਤੇ ਉਹਨਾਂ ਖੇਤਾਂ ਦੇ ਵਿੱਚ ਜ਼ਿਆਦਾ ਦੇਖੀ ਗਈ ਆ ਜਿਨ੍ਹਾਂ ਖੇਤਾਂ ਦੇ ਵਿੱਚ ਯੂਰੀਆ ਦੀ ਖਾਦ ਦੀ ਵਰਤੋਂ ਜ਼ਿਆਦਾ ਕੀਤੀ ਗਈ। ਸੋ ਜੇਕਰ ਇਹਦਾ ਇਹ 'ਤੇ ਜਿਹੜਾ ਛਿੜਕਾਅ ਕਰਨ ਦਾ ਸਮਾਂ ਜਿਹੜਾ ਵਾ ਬੈਸਟ ਤਾਂ ਇਹ ਹੈ ਕਿ ਜਦੋਂ ਗੱਭ 'ਚ ਹੋਵੇ, ਜਦੋਂ ਤੁਹਾਡੀ ਫਸਲ ਗੱਭ 'ਚ ਆ, ਉਦੋਂ ਜਿਸ ਖੇਤਾਂ ਦੇ ਵਿੱਚ ਪਿਛਲੀ ਵਾਰ ਸੀਗਾ ਜਾਂ ਮੌਸਮ ਬੱਦਲਵਾਈ ਆ, ਮੀਂਹ ਪੈ ਰਿਹਾ ਵਾ, ਮੀਂਹ ਦਾ ਮੌਸਮ ਜਿਹੜਾ ਇਸ ਵੇਲੇ ਹੋਇਆ ਵਾ, ਨਵੀਂ ਜਿਹੜੀ ਫਸਲ ਵਿੱਚ ਜ਼ਿਆਦਾ ਵਾ, ਅਤੇ ਇਹਦਾ ਜਿਹੜਾ ਵਾ ਉਹ ਅਟੈਕ ਹੋਣ ਦਾ ਜਿਹੜੇ ਚਾਂਸ ਜਿਹੜੇ ਵੱਧ ਜਾਂਦੇ ਆ। ਸੋ ਉਹਦੇ ਵਿੱਚ ਜੇਕਰ ਤੁਹਾਡੀ ਫਸਲ ਆ ਜਿਹੜੀ ਨਸਾਰੇ 'ਤੇ ਆ ਜਾਂ ਉਹ ਗੱਭ ਜੀ ਉੱਤੇ ਆ, ਫਿਰ ਆਪਾਂ 500 ਗ੍ਰਾਮ ਜਿਹੜੀ ਤੁਹਾਡੀ ਕਾਪਰ ਆਕਸਾਈਡ ਜਿਹੜੀ ਆ ਉਹ ਆਪਾਂ ਛਿੜਕਾਅ ਕਰ ਸਕਦੇ ਹਾਂ।
ਪਰ ਜੇਕਰ ਤੁਹਾਡੀ ਫਸਲ ਦੇ ਉੱਤੇ ਜਿਹੜਾ ਵਾ ਉਹ ਨਸਾਰਾ ਹੋ ਗਿਆ ਦਾ ਵਾ, ਦਾਣੇ ਬਣਨ ਲੱਗ ਪਏ ਆ, ਫਿਰ ਉਹ ਆ ਗਈ ਆ, ਮੰਨ ਲਓ ਉੱਤੇ ਜਿਹੜੀ ਤੁਹਾਡੀ ਦਿਖਾਈ ਦੇਣ ਲੱਗ ਪਈ ਆ, ਫਿਰ ਸਾਡਾ ਇਸ ਵੇਲੇ ਕੋਈ ਉਹਦਾ ਕੋਈ ਜਿਹੜਾ ਉਹਦੇ 'ਚ ਜਿਹੜਾ ਨਹੀਂ ਕੋਈ ਵੀ ਉਹਦਾ ਇਲਾਜ ਹੈਗਾ। ਸੋ ਇਸ ਕਰਕੇ ਕਿਸਾਨ ਵੀਰਾਂ ਨੂੰ ਬੇਨਤੀ ਇਹੀ ਹੈ ਕਿ ਆਪਾਂ ਖਰਚੇ ਕਰਨ ਦੀ ਬਜਾਏ ਆਪਾਂ ਇਹ ਹੁਣ ਜਿਹੜਾ ਵਾ ਜੋ ਹੋਣਾ ਮਾੜਾ ਮੋਟਾ ਨੁਕਸਾਨ ਹੋਣਾ ਉਹ ਤਾਂ ਹੋ ਜਾਣਾ ਵਾ, ਪਰ ਉਹਨੂੰ ਉਹਦੇ 'ਤੇ ਆਪਾਂ ਛਿੜਕਾਅ ਨਹੀਂ ਕਰਨਾ, ਕਿਉਂਕਿ ਜਿਹੜੇ ਜੇ ਵਿੱਚ ਅਸੀਂ ਐਂਟਰ ਕਰਕੇ ਛਿੜਕਾਅ ਕਰਾਂਗੇ, ਇੱਕ ਤਾਂ ਬੇਫਜ਼ੂਲੀ ਆ, ਇੱਕ ਜਿਹੜੀ ਉਹ ਬਿਮਾਰੀ ਜਿਹੜੀ ਆ ਹਵਾ ਦੇ ਨਾਲ ਕੱਪੜਿਆਂ ਦੇ ਨਾਲ ਲੱਗ ਕੇ ਉਹ ਜਿਹੜੀ ਦੂਜੀ ਥਾਂ ਜ਼ਿਆਦਾ ਫੈਲੂਗੀ। ਸੋ ਉਹ ਜਿਹੜਾ ਵਾ ਜੇ ਉਹਨੂੰ ਜਿਹੜਾ ਵਾ ਇਸ ਵਾਰ ਜਿਹੜੀ ਆ ਬਿਲਕੁਲ ਛਿੜਕਾਅ ਨਹੀਂ ਕਰਨਾ। ਦੂਜਾ ਇਹ ਗੱਲ ਹੈ ਕਿ ਜਿਹੜੀ ਆਪਾਂ 13-045 ਤੇ ਹਾਈਡਰੋ ਜਿਹੜੀ ਮਿਕਸ ਕਰਕੇ ਜਿਹੜੀ ਗੱਲ ਕੀਤੀ ਆ ਕਿਸਾਨ ਵੀਰੋ, ਜਿਹੜੀ 13-045 ਵੀ ਉਹਦਾ ਵੀ ਛਿੜਕਾਅ ਉਦੋਂ ਕਰਨਾ ਜਦੋਂ ਗੱਭ 'ਚ ਹੈ, ਫਸਲ ਗੱਭ 'ਚ ਹੈ। ਅੱਜ ਵੀ ਸਵੇਰੇ ਕਲਾਨੌਰ ਤੋਂ ਜਗਜੀਤ ਸਿੰਘ ਦਾ ਫੋਨ ਆਇਆ ਕਿ ਫਾਰਮਰ ਕਾਫੀ ਜਿਹੜੇ ਨੇ ਉਹ ਇਸ ਵੇਲੇ ਵੀ ਛਿੜਕਾਅ ਕਰ ਰਹੇ ਆ, ਪਰ ਮੈਂ ਕਿਸਾਨ ਵੀਰਾਂ ਨੂੰ ਦੱਸਣਾ ਚਾਹੁੰਦਾ ਕਿ ਇਹ ਜਿਹੜੀ ਆ ਛਿੜਕਾਅ ਕਰਨ ਦਾ ਤਾਂ ਹੀ ਫਾਇਦਾ ਜੇਕਰ ਅਸੀਂ ਗੱਭ 'ਚ ਜਦੋਂ ਗੱਭ 'ਚ ਹੋਏਗੀ ਫਿਰ ਆਪਾਂ ਛਿੜਕਾਅ ਕਰਾਂਗੇ। ਜਦੋਂ ਤੁਹਾਡੀ ਨਿਸਰ ਗਈ ਆ, ਉਹ ਤੁਹਾਨੂੰ ਪੁਰਾਣੇ ਸਾਡੇ ਬਜ਼ੁਰਗ ਵੀ ਕਹਿੰਦੇ ਕਿ ਜਦੋਂ ਨਿਸਰ ਜਾਵੇ ਜਾਂ ਉਹਦੇ ਵਿੱਚ ਫਲਾਵਰਿੰਗ ਆ ਜਾਵੇ, ਫੁੱਲ ਆ ਜਾਣ, ਤੇ ਫਿਰ ਜਿਹੜਾ ਆਪਾਂ ਜਿਹੜੀ ਛਿੜਕਾਅ ਨਹੀਂ ਕਰਨਾ। ਹੁਣ ਕਈ ਥਾਵਾਂ 'ਤੇ ਹੋ ਸਕਦਾ ਕਿ ਕਈ ਥਾਵਾਂ 'ਤੇ ਕੁਛ ਜਿਹੜੀ ਸਾਡੀ ਫਸਲ ਜਿਹੜੀ ਆ ਉਹ ਫਲਾਵਰਿੰਗ 'ਤੇ ਹੋਵੇ, ਜਿੱਦਾਂ ਹੁਣ ਬਾਰਿਸ਼ ਪੈ ਗਈ ਜਾਂ ਮੀਂਹ ਹਵਾ ਚੱਲਦੀ ਪਈ ਆ, ਉੱਥੇ ਥੋੜ੍ਹੀ ਫਸਲ ਜਿਹੜੀ ਵੱਧ ਸਕਦੀ ਆ, ਦਾਣੇ ਦਾਗੀ ਹੋ ਸਕਦੀ ਆ, ਕਿਉਂਕਿ ਉਹਦੀ ਪਲ ਪਰਾਗਣ ਕਿਰਿਆ ਜਿਹੜੀ ਡਿਸਟਰਬ ਹੋਏਗੀ। ਸੋ ਉਹਦੇ ਵਿੱਚ ਇਹੀ ਹੈ ਕਿ ਜੇਕਰ ਜਦੋਂ ਤੁਹਾਡੀ ਫਲਾਵਰਿੰਗ 'ਤੇ ਆ ਗਈ ਆ, ਫਿਰ ਆਪਾਂ ਕਿਸੇ ਤਰ੍ਹਾਂ ਦੀ ਛਿੜਕਾਅ ਨਹੀਂ ਕਰਨਾ। ਇੱਕ ਦੂਜੀ ਗੱਲ ਹੈ ਕਿ ਇਹ ਜਿਹੜੀ 13-045 ਦੇ ਵਿੱਚ ਕੋਈ ਵੀ ਜਿਹੜੀ ਹੋਰ ਜਿਹੜੀ ਚੀਜ਼ ਆਪਾਂ ਮਿਕਸ ਨਹੀਂ ਕਰਨੀ ਹੈਗੀ, ਕੱਲੀ ਕਰ ਲਓ ਜੇ ਲੋੜ ਹੈ ਤੇ, ਠੀਕ ਹੈ ਨਹੀਂ, ਕੱਲੀ ਕਰਕੇ ਉਹ ਆਪਾਂ ਛਿੜਕਾਅ ਕਰ ਸਕਦੇ ਹਾਂ, ਮਿਕਸ ਨਹੀਂ ਕਰਨੀ। ਇੱਕ ਆਪਾਂ ਜਦੋਂ ਉਹਦੀ ਛਿੜਕਾਅ ਉਦੋਂ ਕਰਨਾ ਜਦੋਂ ਤੁਹਾਡੀ ਫਸਲ ਜਿਹੜੀ ਆ ਉਹ ਗੱਭ ਦੇ ਉੱਤੇ ਆ, ਬਿਲਕੁਲ, ਤੇ ਬਾਅਦ ਵਿੱਚ ਜਦੋਂ ਨਿਸਰ ਗਈ ਆ ਫਿਰ ਆਪਾਂ ਕੋਈ ਛਿੜਕਾਅ ਨਹੀਂ ਕਰਨਾ ਹੈਗਾ, ਕਿਸੇ ਕੀਟਨਾਸ਼ਕ ਦਾ ਨਹੀਂ ਕਰਨਾ, ਕਿਸੇ ਜਿਹੜਾ ਉਹ ਉਲੀਨਾਸ਼ਕ ਦਾ ਨਹੀਂ ਕਰਨਾ, ਕਿਉਂਕਿ ਬਹੁਤੀ ਵਾਰੀ ਦੇਖਿਆ ਕਿ ਆਂਢੀ ਗੁਆਂਢੀ ਦੇ ਕਹਿਣ ਦੇ ਜਿਹੜੀਆਂ 3-3 4-4 ਦਵਾਈਆਂ ਜਿਹੜੀਆਂ ਉਹ ਪਾਈਆਂ ਜਾ ਰਹੀਆਂ ਨੇ, ਖਾਸ ਕਰਕੇ ਬਾਈਫੈਂਥਰਿਨ ਜਿਹੜੀ ਆ ਜਾਂ ਕੋਈ ਉੱਦਾਂ ਨਾਲ ਕੋਈ ਉਲੀਨਾਸ਼ਕ ਪਾ ਦਿੰਦੇ ਆ। ਇੱਕ ਜਿਹੜਾ ਵਾ ਇੱਕ ਦੇਖਿਆ ਗਿਆ ਕਿ ਕਾਪਰ ਸਲਫੇਟ ਦੇ ਜਿਹੜਾ ਵਾ ਉਹ ਵੀ ਦੇ ਰਿਹਾ ਦੁਕਾਨਦਾਰ, ਕਾਪਰ ਸਲਫੇਟ ਨਹੀਂ ਲੈਣਾ ਹੈਗਾ, ਕਾਪਰ ਹਾਈਡਰੋਕਸਾਈਡ ਹੀ ਲੈਣੀ ਆਪਾਂ, ਕਿਉਂਕਿ ਆਪਾਂ ਕਾਪਰ ਦੇਖ ਕੇ ਤਾਂ ਉਹਨੂੰ ਜਿਹੜੀ ਕਹਿੰਦੇ ਆ ਵੀ ਪਤਾ ਨਹੀਂ ਉਹੀ ਦਵਾਈ ਹੋਊਗੀ। ਬਿਲਕੁਲ, ਉਹ ਆਪਾਂ ਦੇਖਣਾ, ਥੋੜ੍ਹਾ ਜਿਹਾ ਦੇਖਣਾ ਵਾ, ਜਿਹੜੀ ਵੀ ਤੁਹਾਨੂੰ ਕੋਈ ਸਲਾਹ ਦਿੱਤੀ ਜਾਂਦੀ ਹੈ ਉਹਦੇ ਮੁਤਾਬਕ ਹੀ ਆਪਾਂ ਗੱਲ ਕਰਨੀ ਆ। ਸੋ ਇਹ ਜਿਹੜੀ ਆਪਾਂ ਕਰਕੇ ਆਪਾਂ ਕਰ ਸਕਦੇ ਹਾਂ। ਡਾਕਟਰ ਸਾਹਿਬ, ਅਗਲਾ ਸਵਾਲ ਵੀ ਵੈਸੇ ਤੁਸੀਂ ਜਵਾਬ ਤੇ ਦੇ ਹੀ ਦਿੱਤਾ ਹੈ, ਪਰ ਮੈਂ ਸਵਾਲ ਦੱਸ ਦਿੰਦਾ। ਸਰਦਾਰ ਹਰਦਿਆਲ ਸਿੰਘ ਬ੍ਰਹਮਪੁਰ ਤੋਂ ਪੁੱਛਦੇ ਨੇ ਵੀ ਝੋਨੇ ਦੀ ਗੋਭ ਵਿੱਚ ਜਦੋਂ ਸੀਗਾ ਫਸਲ ਉਹਨਾਂ ਨੇ ਐਮੀਸਟਾਰ ਟੌਪ ਦੀ ਸਪਰੇਅ ਕੀਤੀ ਸੀ, ਹੁਣ ਫਲਾਵਰਿੰਗ ਤੇ ਹੈ ਫਸਲ ਤੇ ਕੀ ਸਪਰੇਅ ਕਰਨ ਦੀ ਲੋੜ ਨਹੀਂ, ਸ਼ਾਇਦ ਤੁਸੀਂ ਦੇ ਹੀ ਦਿੱਤਾ। ਬਿਲਕੁਲ, ਮੈਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਜਿਹੜੀ ਫਸਲ ਜਿਹੜੀ ਵੀ ਆਪਾਂ ਉਲੀਨਾਸ਼ਕ ਦੀ ਛਿੜਕਾਅ ਕਰਨੀ ਆ ਉਹ ਆਪਾਂ ਜੇ ਗੱਭ ਦੇ ਕਰਨੀ ਆ, ਜਾਂ ਗੱਭ 'ਤੇ ਕਰਕੇ ਤੇ ਜਦੋਂ 5% ਜਿਹੜੀ ਤੁਹਾਡੀ ਜਿਹੜੀ ਆ ਉਹ ਨਿਸਰੀ ਆ ਫਿਰ ਆਪਾਂ ਛਿੜਕਾਅ ਕਰ ਸਕਦੇ ਹਾਂ। ਉਸ ਤੋਂ ਬਾਅਦ ਆਪਾਂ ਵਿੱਚ ਛਿੜਕਾਅ ਨਹੀਂ ਕਰਨਾ ਹੈਗਾ, ਕਿਉਂਕਿ ਉਹਦਾ ਕੋਈ ਫਾਇਦਾ ਨਹੀਂ ਹੈਗਾ। ਸੋ ਇਸ ਕਰਕੇ ਦੁਬਾਰਾ ਕਰਨ ਦੀ ਲੋੜ ਨਹੀਂ ਹੈ, ਜਿਹੜਾ ਆਪਾਂ ਪਹਿਲਾਂ ਹੀ ਆਪਾਂ ਕਰ ਦਿੱਤੀ ਆ ਉਹਦੇ ਨਾਲ ਜਿਹੜਾ ਅਸਰ ਹੋ ਜਾਊਗਾ। ਬਿਲਕੁਲ ਡਾਕਟਰ ਸਾਹਿਬ ਅਗਲਾ ਸਵਾਲ ਹੈ ਜਿਹੜਾ ਉਹ ਸਰਦਾਰ ਬਲਵਿੰਦਰ ਸਿੰਘ ਆਬਾਦਗੜ੍ਹ ਪਠਾਨਕੋਟ ਤੋਂ ਪੁੱਛਦੇ ਨੇ ਕਿ ਜਿਹੜੇ ਸਟੋਰ ਕੀਤੇ ਦਾਣੇ ਆ ਜਾਂ ਕਿਸੇ ਵੀ ਤਰੀਕੇ ਦਾ ਬੀਜ ਹੈ, ਸੁਸਰੀ ਦੇ ਖਾਤਮੇ ਲਈ ਕੀ ਕੀਤਾ ਜਾਵੇ? ਕਿਸਾਨ ਵੀਰੋ, ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਇਸ ਵੇਲੇ ਮੌਸਮ ਜਿਹੜਾ ਵਾ ਸਿੱਲਾ ਵਾ, ਅਤੇ ਆਪਣੇ ਕੋਈ ਜਿਹੜੇ ਤੁਹਾਡੀ ਆਪਾਂ ਸਟੋਰ ਕਰਕੇ ਰੱਖਿਆ, ਖਾਸ ਕਰਕੇ ਜਿਹੜਾ ਸਾਡਾ ਵਾ ਕਣਕ ਦਾ ਬੀਜ ਰੱਖਿਆ ਜਾਂ ਖਾਣ ਵਾਲੇ ਦਾਣੇ ਵੀ ਰੱਖੇ ਆ, ਉਹ ਭਰੋਲਿਆਂ ਵਿੱਚ ਪਾ ਕੇ ਰੱਖੇ ਆ, ਹੋ ਸਕਦਾ ਕਿਤੇ ਨਾ ਕਿਤੇ ਉਹਦੀ ਸੁਸਰੀ ਲੱਗ ਸਕਦੀ ਉਹਦੇ ਵਿੱਚ। ਦੋਸਤੋ, ਬਲਵਿੰਦਰ ਸਿੰਘ ਹੁਣਾਂ ਨੇ ਵੀ ਇਹੀ ਸਵਾਲ ਕੀਤਾ ਕਿ ਉਹਦੇ ਵਿੱਚ ਆਪਾਂ ਕਿੰਨੀ ਸਲਫਾਸ ਦੀ ਜਿਹੜੀ ਆ ਉਹ ਜਿਹੜੀ ਆਪਾਂ ਉਹ 'ਚ ਦਵਾਈ ਵਰਤਣੀ ਆ। ਉਹ ਆਮ ਕਰਕੇ ਦੇਖਿਆ ਕਿ ਉਹ ਕਿਸਾਨ ਵੀਰ ਜਿਹੜੇ ਆ ਦੁਕਾਨ ਤੋਂ ਟਿਊਬ ਲਿਆਉਂਦੇ ਆ ਜਾਂ ਗੋਲੀ ਲਿਆਉਣਗੇ, ਅਤੇ ਉਹਦੇ ਵਿੱਚ ਜਿਹੜੀ ਜਿੰਨੀ ਕੁ ਲਿਆਂਦੀ ਉਹ ਸਾਰੀ ਦੀ ਸਾਰੀ ਪਾ ਦਿੰਦੇ ਆ। ਉਹਦੇ ਵਿੱਚ ਤਕਰੀਬਨ 10 ਗੋਲੀਆਂ ਇੱਕ ਟਿਊਬ 'ਚ ਹੁੰਦੀਆਂ ਨੇ, 10 ਵੀ ਹੋਣਗੀ, ਘੱਟ ਵੀ ਹੋ ਸਕਦੀਆਂ ਵਾ। ਪਰ ਉਹਦੇ ਵਿੱਚ ਕਿਸਾਨ ਵੀਰੋ ਇਹ ਦੇਖਿਆ ਗਿਆ ਕਿ ਜਦੋਂ ਅਸੀਂ ਜ਼ਿਆਦਾ ਸਲਫਾਸ ਪਾਵਾਂਗੇ, ਜ਼ਿਆਦਾ ਮਾਤਰਾ 'ਚ ਪਾਵਾਂਗੇ, ਤਾਂ ਸਾਡੀ ਜਿਹੜੀ ਬੀਜ ਦੀ ਉਗਣ ਸ਼ਕਤੀ ਉੱਤੇ ਬਹੁਤ ਪ੍ਰਭਾਵ ਪਾਉਂਦੀ ਹੈ। ਪਿਛਲੇ ਸਾਲ ਦੇਖਿਆ ਗਿਆ ਕਿ ਇੱਕ ਇੱਥੇ ਵੀ 5 ਏਕੜ ਦੇ ਵਿੱਚ ਉਹਨਾਂ ਨੇ ਕਣਕ ਬੀਜੀ ਸੀ, ਅਤੇ ਜਿਹੜਾ ਬੀਜ ਜਿਹੜਾ ਸੀ ਘਰੋਂ ਬੀਜ ਪਾਇਆ ਸੀ, ਅਤੇ ਉਹ ਉੱਗੀ ਨਹੀਂ ਹੈਗੀ। ਅਤੇ ਜਦੋਂ ਆਪਾਂ ਤਹਿਕੀਕਾਤ ਕੀਤੀ ਗਈ, ਅਤੇ ਉਹਦੇ ਵਿੱਚ ਸਲਫਾਸ ਉਹਨਾਂ ਨੇ ਪੂਰੀ ਜਿਹੜੀ ਟਿਊਬ ਲਿਆ ਕੇ ਪਾ ਦਿੱਤੀ ਸੀ। ਸੋ ਉਹਦਾ ਐਂਬਰੀਓ ਜਿਹੜਾ ਵਾ ਉਹ ਉਗਣ ਵਾਲਾ ਜਿਹੜਾ ਪੁਆਇੰਟ ਜਿਹੜਾ ਵਾ ਉਹ ਮਰ ਜਾਂਦਾ ਵਾ। ਸੋ ਇਸ ਕਰਕੇ ਇਹਦੇ ਵਿੱਚ ਜਿਹੜੀ 3 ਗ੍ਰਾਮ ਦੀ ਗੋਲੀ ਆ, 3 ਗ੍ਰਾਮ ਦੀ ਗੋਲੀ ਆ, ਜੇ 10 ਕੁਇੰਟਲ ਤੁਹਾਡੇ ਕੋਲ ਦਾਣੇ ਆ ਜਾਂ ਬੀਜ ਆ, ਫਿਰ ਆਪਾਂ ਇੱਕ ਗੋਲੀ ਜਿਹੜੀ 3 ਗ੍ਰਾਮ ਦੀ ਜਿਹੜੀ ਉਹ ਪਾਉਣੀ ਆ, ਪੋਟਲੀ 'ਚ ਬੰਨ੍ਹ ਕੇ ਉਹ 'ਚ ਅੱਧ ਕੁ ਵਿਚਕਾਰ ਪਾ ਦਿਓ। ਅਤੇ ਫਿਰ ਜਿਹੜਾ ਤੁਹਾਡੀ ਸੁਸਰੀ ਜਿਹੜੀ ਆ ਉਹ, ਕਿਉਂਕਿ ਉਹ ਗੈਸ ਆ, ਅਤੇ ਗੈਸ ਜਿਹੜੀ ਆ ਉਹ ਜਿਹੜੀ ਪਾਉਣ ਤੋਂ ਬਾਅਦ 7 ਦਿਨ ਤੱਕ ਆਪਾਂ ਜਿਹੜੀ ਆ ਉਹ ਨਹੀਂ ਖੋਲ੍ਹਣਾ ਹੈਗਾ।
ਗੈਸ ਹੈ ਉਹ 7 ਦਿਨ ਤੱਕ ਜਦੋਂ ਆਪਾਂ ਨਹੀਂ ਖੋਲਾਂਗੇ ਤੁਹਾਡੀ ਸੁਸਰੀ ਸਾਰੀ ਮਰ ਜਾਏਗੀ, ਉਸ ਤੋਂ ਬਾਅਦ ਆਪਾਂ ਕਰ ਸਕਦੇ ਹਾਂ। ਬਿਲਕੁਲ। ਸੋ ਇਹ ਆਪਾਂ ਕਰਕੇ ਜਿਹੜਾ ਵਾ ਖਾਸ ਕਰਕੇ ਇਹ ਖਿਆਲ ਰੱਖਣਾ ਕਿ ਜਿਹੜੀ 10 ਕੁਇੰਟਲ ਮਗਰ 3 ਗ੍ਰਾਮ ਦੀ ਇੱਕ ਗੋਲੀ ਹੀ ਪਾਉਣੀ ਹੈ। ਬਿਲਕੁਲ ਜੀ। ਡਾਕਟਰ ਸਾਹਿਬ ਅਗਲਾ ਸਵਾਲ ਵੀ ਥੋੜਾ ਰਲਦਾ ਮਿਲਦਾ ਹੀ ਹੈ। ਕਿਸਾਨ ਨੇ ਪ੍ਰਿਤਪਾਲ ਸਿੰਘ ਤਿੱਬੜ ਗੁਰਦਾਸਪੁਰ ਤੋਂ ਇਹ ਕਹਿੰਦੇ ਨੇ ਵੀ ਜਰਮੀਨੇਸ਼ਨ ਚੈਕਿੰਗ ਜਾਂ ਉਗਣ ਸ਼ਕਤੀ ਅਸੀਂ ਬੀਜ ਦੀ ਘਰ ਬੈਠੇ ਕਿੱਦਾਂ ਚੈੱਕ ਕਰ ਸਕਦੇ ਹਾਂ? ਸੋ ਕਿਸਾਨ ਵੀਰੋ, ਇਸ ਵੇਲੇ ਹਰੇਕ ਕਿਸਾਨ ਨੇ ਆਪਣਾ ਬੀਜ ਜਿਹੜਾ ਚਾਹੇ ਉਹ ਬਰਸਨ ਦਾ ਵਾ, ਚਾਹੇ ਸਰੋਂ ਦਾ, ਚਾਹੇ ਤੋਰੀਏ ਦਾ ਵਾ, ਚਾਹੇ ਛੋਲੇ ਮਸਰ ਦਾ, ਚਾਹੇ ਕਣਕ ਦਾ ਵਾ, ਉਹ ਸਾਰਿਆਂ ਨੇ ਕਿਤੇ ਨਾ ਕਿਤੇ ਘਰ ਰੱਖਿਆ ਦਾ। ਅੱਜ ਕੱਲ੍ਹ ਤਾਂ ਵੈਸੇ ਤਾਂ ਬਹੁਤੇ ਕਿਸਾਨ ਵੀਰ ਜਿਹੜੇ ਆ ਉਹ ਬਾਜ਼ਾਰੋਂ ਲੈ ਕੇ ਪਾ ਰਹੇ ਆ, ਪਰ ਜਿਨ੍ਹਾਂ ਕਿਸਾਨ ਵੀਰਾਂ ਨੇ ਆਪਣੇ ਘਰ ਬੀਜ ਰੱਖਿਆ ਵਾ, ਹੁਣ ਬੜੀ ਜ਼ਰੂਰੀ ਹੈ ਕਿ ਸਾਡੇ ਕੋਲ ਅਜੇ ਟਾਈਮ 15-20 ਦਿਨ ਮਹੀਨਾ ਜਿਹੜਾ ਵਾ ਉਹ ਸਾਡੇ ਕੋਲ ਹੈਗਾ ਵਾ ਵੀ ਬਿਜਾਈ ਕਰਨ ਦਾ। ਤਾਂ ਉਹਦੇ ਵਿੱਚ ਆਪਣਾ ਉਹਦੀ ਜੰਮਣ ਸ਼ਕਤੀ ਜਿਹੜੀ ਆ ਉਹ ਆਪਾਂ ਚੈੱਕ ਕਰਵਾ ਸਕਦੇ ਹਾਂ। ਉਹ ਦੋ ਤਰੀਕੇ ਆ, ਜਾਂ ਤਾਂ ਆਪਾਂ ਘਰ ਵੀ ਕਰ ਸਕਦੇ ਹਾਂ ਅਤੇ ਅਦਰਵਾਈਜ਼ ਜਿਹੜਾ ਵਾ ਉਹ ਆਪਾਂ ਲੈਬੋਰਟਰੀ ਵਿੱਚ ਵੀ ਚੈੱਕ ਕਰਵਾ ਸਕਦੇ ਹਾਂ। ਬਿਹਤਰ ਹੋਏਗਾ ਤੁਸੀਂ ਲੈਬੋਰਟਰੀ ਵਿੱਚ ਚੈੱਕ ਕਰਾਓ। ਸੋ ਉਹਦੇ ਵਿੱਚ ਸਾਡੇ ਖੇਤੀਬਾੜੀ ਵਿਭਾਗ ਦੇ ਜਿਹੜੇ ਬਲਾਕ ਖੇਤੀਬਾੜੀ ਦਫ਼ਤਰ ਨੇ, ਉਹਨਾਂ ਵਿੱਚ ਖੇਤੀਬਾੜੀ ਅਫਸਰ ਨੇ, ਖੇਤੀਬਾੜੀ ਵਿਕਾਸ ਅਫਸਰ ਨੇ, ਖੇਤੀਬਾੜੀ ਵਿਸਥਾਰ ਅਫਸਰ ਨੇ, ਜਿਹੜੇ ਵੀ ਸਰਕਾਰੀ ਇੰਚਾਰਜ ਆ, ਉਹਨਾਂ ਨਾਲ ਰਾਬਤਾ ਕਾਇਮ ਕਰਕੇ ਅਤੇ ਉਹਨਾਂ ਜਿਹੜੀ ਤੁਹਾਡੀ ਫਸਲ ਦੇ ਮੁਤਾਬਕ ਕਣਕ ਦੇ ਵਿੱਚ ਉਹ 1 ਕਿਲੋ ਬੀਜ ਲਵਾਂਗੇ, ਜੇ ਸਰੋਂ ਆ ਤਾਂ ਉਹ ਪਾਈਆ ਹੈਗਾ ਵਾ, ਅਤੇ ਇਸ ਤਰ੍ਹਾਂ ਬਰਸਨ ਦਾ ਜਿਹੜਾ ਵਾ ਉਹ ਘੱਟ ਆ। ਸੋ ਉਹ ਜਿੰਨਾ ਵੀ ਤੁਹਾਨੂੰ ਬੀਜ ਜਿਹੜੀ ਮਿਕਦਾਰ ਦੱਸਣਗੇ, ਉਹਨਾਂ ਬੀਜ ਦੇ ਕੇ ਅਤੇ ਉਹਦੀ ਆਪਾਂ ਚੈਕਿੰਗ ਜਿਹੜੀ ਆ ਉਹਦੀ ਉਗਣ ਸ਼ਕਤੀ ਵਿੱਚ ਬਿਮਾਰੀ ਜਾਂ ਉਹਦੇ ਵਿੱਚ ਕੋਈ ਨਦੀਨ ਵਾਲਾ ਜਾਂ ਉਹਦੇ 'ਚ ਕੀੜਾ ਮਕੌੜਾ, ਉਹ ਆਪਾਂ ਚੈੱਕ ਕਰਵਾ ਸਕਦੇ ਹਾਂ। ਸੋ ਇਹਦੀ ਜਿਹੜੀ ਇਹ ਫੀਸ ਜਿਹੜੀ ਆ 15 ਰੁਪਏ ਪਰ ਸੈਂਪਲ ਆ, ਜਿਹੜੀ ਆਪਾਂ ਜੇ ਲੈਬੋਰਟਰੀ 'ਚ ਕਰਾਉਣੀ ਆ, ਅਤੇ 15 ਰੁਪਏ ਸੈਂਪਲ ਜਿਹੜੀ ਆਪਾਂ ਕਰਵਾ ਸਕਦੇ। ਉਹਦੇ ਵਿੱਚ ਤੁਹਾਨੂੰ ਜਿਹੜਾ ਵਾ ਸਾਰਾ ਕੁਝ ਚੈੱਕ ਹੋ ਜਾਊਗਾ ਕਿ ਇਹਦੇ 'ਚ ਕੋਈ ਬਿਮਾਰੀ ਜਾਂ ਕੀੜਾ ਮਕੌੜਾ ਜਾਂ ਉਹਦੀ ਉਗਣ ਸ਼ਕਤੀ ਕਿੰਨੀ ਆ, ਜਾਂ ਕਿ ਇਹ ਜਿਹੜੀ ਆ ਉਹ ਠੀਕ ਵੀ ਹੈ ਵਾ ਕਿ ਨਹੀਂ ਹੈ। ਸੋ ਤੁਹਾਨੂੰ ਉਹ ਰਿਪੋਰਟ ਜਿਹੜੀ 10-15 ਦਿਨਾਂ ਦੇ ਵਿੱਚ ਮਿਲ ਜੂਗੀ, ਪਰ ਸ਼ਰਤ ਇਹੀ ਹੈ ਕਿ ਆਪਾਂ ਜਿਹੜਾ ਵਾ ਉਹ ਟਾਈਮ ਸਿਰ ਦੇ ਦਈਏ। ਜੇ ਆਪਾਂ ਜਿੰਨੀ ਆਪਾਂ ਲੇਟ ਕਰਾਂਗੇ ਤਾਂ ਫਿਰ ਹੁਣ ਜਿਹੜਾ ਵਾ ਉਹ ਇਹ ਨਾ ਹੋਏ ਵੀ ਮੁੜ ਕੇ ਬਿਜਾਈ ਦਾ ਸਮਾਂ ਨੇੜੇ ਆ ਜਾਵੇ ਅਤੇ ਆਪਾਂ ਜਿਹੜੀ ਸਾਨੂੰ ਰਿਪੋਰਟ ਜਿਹੜੀ ਉਹ ਟਾਈਮ ਸਿਰ ਨਾ ਮਿਲੇ। ਸੋ ਜੇਕਰ ਅਸੀਂ ਚਾਹੁੰਦੇ ਹਾਂ ਕਿ ਆਪਾਂ ਜਿਹੜੀ ਆ ਉਹ ਚੈੱਕ ਕਰਵਾਈਏ ਤਾਂ ਜਲਦੀ ਤੋਂ ਜਲਦੀ ਇਹਦੀ ਰਿਪੋਰਟ ਜਿਹੜੀ ਆ ਆਪਾਂ ਜਿਹੜੀ ਆ ਉਹ ਕਰਵਾ ਲੈਣੀ, ਚੈੱਕ ਕਰਵਾ ਲੈਣੀ ਚਾਹੀਦੀ ਆ, ਵੀ ਚੈੱਕ ਕਰਵਾ ਲੈਣਾ ਚਾਹੀਦਾ। ਦੂਜਾ ਹੈ ਕਿ ਜੇਕਰ ਅਸੀਂ ਸਿਰਫ ਉਗਣ ਸ਼ਕਤੀ ਦੇਖਣੀ ਆ, ਮਤਲਬ ਆਪਾਂ ਉਗਣ ਸ਼ਕਤੀ ਦੇਖਣੀ ਹੈ ਕਿ ਆਪਾਂ ਹੋਰ ਨਹੀਂ ਦੇਖਣਾ ਚਾਹੁੰਦੇ, ਫਿਰ ਅਸੀਂ ਉਹਦੇ ਵਿੱਚੋਂ ਜਿਹੜਾ ਵੀ ਬੀਜ ਤੁਸੀਂ ਰੱਖਿਆ ਵਾ 1 ਮੁੱਠ ਦਾਣੇ ਲਓ। ਇਹ ਜੀ ਦੇਖਣਾ ਨਹੀਂ ਕਿ ਚੰਗੇ ਦਾਣੇ ਆ ਕਿ ਮਾੜੇ ਦਾਣੇ ਆ, ਉਹ 'ਚੋਂ ਆਪਾਂ 100 ਦਾਣਾ ਗਿਣ ਲੈਣਾ ਵਾ। 100 ਦਾਣਾ ਗਿਣ ਕੇ ਅਤੇ ਉਹਦੇ 'ਚ ਤੁਸੀਂ ਗਿੱਲੀ ਬੋਰੀ ਰੱਖ ਲਓ। ਗਿੱਲੀ ਬੋਰੀ ਦੇ ਵਿੱਚ ਜਿਹੜਾ ਉਹਦੇ 'ਚ 100 ਦਾਣਾ ਜਿਹੜਾ ਵਾ ਉਹਨੂੰ ਆਪਾਂ ਲਾ ਦੇਣਾ ਵਾ। ਲਾਉਣ ਤੋਂ ਬਾਅਦ ਉਹਨੂੰ ਜਿਹੜਾ ਵਾ ਉਹਨੂੰ ਰੋਜ਼ਾਨਾ ਜਿਹੜਾ ਵਾ ਉਹਨੂੰ ਮਾੜਾ ਥੋੜ੍ਹਾ ਜਿਹੜਾ ਵਾ ਪਾਣੀ ਦਿੰਦੇ ਰਹੋ, ਉਹਦੇ ਤਰੌਂਕਾ ਦਿੰਦੇ ਰਹੋ, ਤਾਂ ਜੋ ਉਹ ਜਿਹੜਾ ਕੋਈ ਹਫ਼ਤੇ 10 ਦਿਨ ਦੇ ਵਿੱਚ ਜਿਹੜਾ ਉੱਗ ਪਏਗਾ। ਸੋ ਉਹਦੇ 'ਚ ਇਹ ਪਤਾ ਲੱਗ ਜੂਗਾ ਜੇ 85 ਤੋਂ ਵੱਧ ਉੱਪਰ ਦਾਣੇ ਉੱਗਦੇ ਪਏ ਆ, ਉਹਦੇ 85 ਤੋਂ ਵੱਧ ਦਾਣੇ ਉੱਗਦੇ ਪਏ ਤਾਂ ਉਹਨੂੰ ਤੁਹਾਡਾ ਬੀਜ ਠੀਕ ਹੈ। ਜੇ ਉਹ ਘੱਟ ਉੱਗਦੇ ਤਾਂ ਉਹਨੂੰ ਰਹਿਣ ਦੀਏ, ਉਹਦਾ ਬੀਜ ਨਹੀਂ ਉਹ ਫਿਰ ਬੀਜ ਜਿਹੜਾ ਨਵਾਂ ਬਾਜ਼ਾਰੋਂ ਲੈ ਕੇ ਪਾ ਲਈਏ। ਜੇਕਰ ਉਹ 85 ਤੋਂ ਵੱਧ ਉੱਗਦੇ ਪਏ ਤਾਂ ਫਿਰ ਤਾਂ ਇਹਦਾ ਮਤਲਬ ਠੀਕ ਹੈ, ਪਰ ਬਿਹਤਰ ਇਹੀ ਹੈ ਕਿ ਜੇਕਰ ਅਸੀਂ ਲੈਬੋਰਟਰੀ ਚੈੱਕ ਕਰਾਈਏ ਤਾਂ। ਬਿਲਕੁਲ ਜੀ। ਸੋ ਇਹ ਆਪਾਂ ਖੇਤੀਬਾੜੀ ਵਿਭਾਗ ਦੇ ਨਾਲ ਜਿਹੜਾ ਵਾ ਸੰਪਰਕ ਕਰਕੇ ਉਹਨਾਂ ਜਿਹੜੀ ਆਪਾਂ ਬੀਜ ਜਿਹੜਾ ਵਾ ਉਹ ਚੈੱਕ ਕਰ ਸਕਦੇ ਹਾਂ। ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ। ਸੋ ਕਿਸਾਨ ਵੀਰੋ, ਹੁਣ ਅਸੀਂ ਗੰਨੇ ਨਾਲ ਸੰਬੰਧਿਤ ਸਵਾਲ ਲਵਾਂਗੇ। ਸੋ ਕੁਝ ਕਿਸਾਨਾਂ ਨੇ ਸਾਡੇ ਕੋਲ ਗੰਨੇ ਦੇ ਸੰਬੰਧ ਵਿੱਚ ਸਵਾਲ ਪੁੱਛੇ ਨੇ ਪਿਛਲੇ ਹਫਤੇ ਦੇ ਦਰਮਿਆਨ। ਸੋ ਗੰਨੇ ਦੇ ਕਿਸੇ ਵੀ ਹਰ ਤਰ੍ਹਾਂ ਦੇ ਸਵਾਲਾਂ ਦੇ ਜਵਾਬ ਦੇਣ ਲਈ ਸਾਡੇ ਵਿੱਚ ਮੌਜੂਦ ਨੇ ਡਾਕਟਰ ਅਮਰਜੀਤ ਸਿੰਘ ਜੀ, ACDO ਗੁਰਦਾਸਪੁਰ। ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ। ਸੋ ਡਾਕਟਰ ਸਾਹਿਬ, ਜਿਹੜਾ ਇੱਕ ਸਵਾਲ ਹੈ ਗੰਨੇ ਦਾ, ਉਹ ਜਸਬੀਰ ਸਿੰਘ ਗੋਸਲ, ਠੀਕਰੀਵਾਲ, ਫਤਿਹਗੜ੍ਹ ਸਾਹਿਬ ਜ਼ਿਲ੍ਹਾ ਤੋਂ ਪੁੱਛਦੇ ਨੇ। ਉਹ ਕਹਿੰਦੇ ਨੇ ਕਿ ਅੱਸੂ ਦੇ ਗੰਨੇ ਵਿੱਚ ਉਹਨਾਂ ਨੇ ਕਣਕ ਦੀ ਇੰਟਰਕ੍ਰੋਪਿੰਗ ਕਰਨੀ ਹੈ, ਤੇ ਉਹਦੇ ਵਿੱਚ ਜਿਹੜੇ ਨਦੀਨ ਹੈ ਉਹਨਾਂ ਦੀ ਰੋਕਥਾਮ ਉਹ ਕਿੱਦਾਂ ਕਰ ਸਕਦੇ ਨੇ? ਡਾਕਟਰ ਸਾਹਿਬ ਦੇਖੋ, ਬੜਾ ਵਧੀਆ ਸਵਾਲ ਪੁੱਛਿਆ ਕਿਸਾਨ ਨੇ, ਔਰ ਅਸੀਂ ਵੀ ਕਹਿ ਰਹੇ ਹਾਂ ਕਿ ਗੰਨੇ ਦੇ ਵਿੱਚ 1 ਸਾਲ ਦੀ ਫਸਲ ਹੈ, ਔਰ ਜੇ ਇੰਟਰਕ੍ਰੋਪ ਕਰ ਲਈ ਜਾਵੇ ਤਾਂ ਉਹਦੇ ਨਾਲ ਕਿਸਾਨ ਦੀ ਆਮਦਨ ਦੇ ਵਿੱਚ ਜਿਹੜਾ ਵਾਧਾ ਹੋ ਸਕਦਾ। ਪਰ ਹੁਣ ਕਿਸਾਨ ਦਾ ਸਵਾਲ ਹੈ ਕਿ ਉਹਨੇ ਇੰਟਰਕ੍ਰੋਪ ਹੈ ਜਿਹੜੀ ਆ ਉਹ ਕਣਕ ਬੀਜਣੀ ਵਿੱਚ। ਔਰ ਇਹ ਮੈਂ ਦੱਸਣਾ ਚਾਹਾਂਗਾ ਕਿ ਜਿਸ ਤਰ੍ਹਾਂ ਆਪਾਂ ਆਮ ਤਰੀਕੇ ਨਾਲ ਕਣਕ ਦੇ ਵਿੱਚ ਨਦੀਨ ਦੀ ਰੋਕਥਾਮ ਕਰਦੇ ਹਾਂ, ਗੰਨੇ ਦੇ ਵਿੱਚ ਜਿਹੜੀ ਇੰਟਰਕ੍ਰੋਪ ਹੈ ਉਹਦੇ ਵਿੱਚ ਵੀ ਉਸੇ ਤਰੀਕੇ ਨਾਲ ਹੀ ਅਸੀਂ ਜਿਹੜੀ ਆ ਉਹ ਰੋਕਥਾਮ ਕਰਨੀ ਆ। ਕੋਸ਼ਿਸ਼ ਕਰੋ ਇਹਦੇ ਵਿੱਚ ਮਲਚਿੰਗ ਵੀ ਹੋ ਜਾਂਦੀ ਆ ਜਾਂ ਗੋਡੀ ਵੀ ਹੋ ਸਕਦੀ ਆ। ਜੇ ਆਪਾਂ ਕੈਮੀਕਲ ਵਰਤਨੇ ਆ, ਰਸਾਇਣਿਕ ਕੰਟਰੋਲ ਨਦੀਨਾਂ ਦਾ ਕਰਨਾ, ਤਾਂ ਫਿਰ ਜਿਸ ਤਰ੍ਹਾਂ ਆਪਾਂ ਕਣਕ ਦੇ ਵਿੱਚ ਜਿਹੜੇ ਨਦੀਨ ਨਾਸ਼ਕ ਵਰਤਦੇ ਆ ਉਹਨਾਂ ਦੀ ਵਰਤੋਂ ਕਰਕੇ ਹੀ ਜਿਹੜੇ ਆ ਆਪਾਂ ਨਦੀਨਾਂ ਦੀ ਰੋਕਥਾਮ ਕਰ ਸਕਦੇ ਹਾਂ। ਕਣਕ ਦੇ ਵਿੱਚ ਜਿਸ ਤਰ੍ਹਾਂ ਕਿ ਆਪਾਂ ਐਕਸੀਐਲ ਜਿਹੜਾ ਪਿਨਾਕਸੀਡਿਨ ਨਦੀਨ ਨਾਸ਼ਕ ਹੈ, ਉਹਦੀ 400 ml ਜਿਹੜੀ ਆ 150 ਲੀਟਰ
ਪਾਣੀ ਦੇ ਵਿੱਚ ਵਰਤੋਂ ਕਰਕੇ ਨਦੀਨਾਂ ਦੀ ਜਿਹੜੀ ਆ ਰੋਕਥਾਮ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਸਲਫੋਸਲਫੂਰੋਨ ਜੇ ਆਪਾਂ 13 ਗ੍ਰਾਮ ਜਿਹੜੀ ਆ ਉਹਦੀ ਸਪਰੇਅ 150 ਲੀਟਰ ਪਾਣੀ 'ਚ ਕਰਕੇ ਤਾਂ ਨਦੀਨਾਂ ਦੀ ਰੋਕਥਾਮ ਜਿਹੜੀ ਆ ਉਹ ਕੀਤੀ ਜਾ ਸਕਦੀ ਆ। ਇਸ ਤਰ੍ਹਾਂ ਹੀ ਕਈ ਖੇਤਾਂ ਵਿੱਚ ਇਹ ਜਿਹੜੇ ਸੀਗੇ ਆਪਣੇ ਮੈਂ ਨਦੀਨਾਂ ਦੇ ਨਾਸ਼ਕਾਂ ਦੀ ਗੱਲ ਕੀਤੀ ਹੈ, ਇਹ ਰਜਿਸਟੈਂਸ ਬ੍ਰੇਕਰ ਸੀ। ਕਈ ਖੇਤ ਆ ਜਿਹਦੇ ਵਿੱਚ ਕਿ ਪੁਰਾਣੀ ਟ੍ਰੈਡੀਸ਼ਨਲ ਜਿਹੜੀਆਂ ਦਵਾਈਆਂ ਉਹਨਾਂ ਦੀ ਵਰਤੋਂ ਦੇ ਨਾਲ ਹੀ ਜਿਹੜੀ ਆ ਰੋਕਥਾਮ ਹੋ ਜਾਂਦੀ। ਉੱਥੇ ਆਪਾਂ ਆਈਸੋਪ੍ਰੋਟੋਨ ਜਿਹੜੀ ਦਵਾਈ ਉਹ ਵੀ ਵਰਤ ਸਕਦੇ ਆ। ਉਹਦੀ ਵੀ ਜਿਹੜੀ ਆ ਅੱਧਾ ਕਿਲੋ 500 ਗ੍ਰਾਮ ਜਿਹੜੀ ਆ 200 ਲੀਟਰ ਪਾਣੀ 'ਚ ਪਾ ਕੇ ਆਪਾਂ ਸਪਰੇਅ ਕਰੀਏ ਅਤੇ ਨਦੀਨਾਂ ਦੀ ਰੋਕਥਾਮ ਹੋ ਜਾਂਦੀ ਹੈ। ਜੇ ਆਪਾਂ ਕਣਕ ਦੇ ਵਿੱਚ ਕਿਸਾਨ ਵੀਰਾਂ ਨੂੰ ਸਮੱਸਿਆ ਆਉਂਦੀ ਚੌੜੇ ਪੱਤੇ ਵਾਲੇ ਨਦੀਨਾਂ ਦੀ, ਅਤੇ ਉਹਦੇ ਵਿੱਚ ਵੀ ਐਲਗ੍ਰਿਪ ਜਾਂ ਮੈਟਸਲਫੂਰਨ ਦਵਾਈ ਆ ਉਹਦੀ 10 ਗ੍ਰਾਮ ਆਪਾਂ ਵਰਤੋਂ ਕਰ ਸਕਦੇ ਹਾਂ, ਜਾਂ ਕਾਰਫੈਂਟਰਾਜੋਨ ਥਾਈਲ ਆ ਉਹਦੀ 20 ਗ੍ਰਾਮ ਜਿਹੜੀ ਆ ਵਰਤੋਂ ਕਰ ਸਕਦੇ ਹਾਂ। 200 ਲੀਟਰ ਪਾਣੀ 'ਚ ਅਗਰ ਸਪਰੇਅ ਪਾਈਏ ਅਤੇ ਜਿਹੜੇ ਆ ਇਹ ਚੌੜੇ ਪੱਤੇ ਵਾਲੇ ਜਿਹੜੇ ਨਦੀਨ ਆ, ਇਹ ਥੋੜ੍ਹਾ ਸਟੇਜ ਦੀ ਖਿਆਲ ਰੱਖਣਾ ਚਾਹੀਦਾ ਕਿ ਜਿਹੜਾ ਇਹਨਾਂ ਨਦੀਨਾਂ ਦੀ ਜਿਹੜੀ ਆ ਵਰਤੋਂ ਆ ਉਹ 30 ਤੋਂ 35 ਦਿਨਾਂ ਦੀ ਸਟੇਜ 'ਤੇ ਜਿਹੜੀ ਕਰਨੀ ਆ, ਤਾਂ ਕਿ ਉਸ ਸਮੇਂ ਤੱਕ ਸਾਰੇ ਨਦੀਨ ਜਿਹੜੇ ਨਿਕਲ ਆਉਂਦੇ ਆ ਅਤੇ ਇੱਕ ਵਾਰ ਹੀ ਨਦੀਨ ਨਾਸ਼ਕ ਦੀ ਵਰਤੋਂ ਕਰਕੇ ਆਪਾਂ ਇਹਨਾਂ ਦਾ ਕੰਟਰੋਲ ਜਿਹੜਾ ਪਾ ਸਕਦੇ ਹਾਂ। ਡਾਕਟਰ ਸਾਹਿਬ, ਅਗਲਾ ਜਿਹੜਾ ਸਵਾਲ ਹੈ ਉਹ ਹਰਪ੍ਰੀਤ ਸਿੰਘ ਝੌਰ ਪਿੰਡ ਤੋਂ ਪੁੱਛਦੇ ਨੇ, ਜ਼ਿਲ੍ਹਾ ਗੁਰਦਾਸਪੁਰ। ਉਹਨਾਂ ਦਾ ਸਵਾਲ ਹੈ ਗੰਨੇ 'ਚ ਜਿਹੜਾ ਰੱਤਾ ਰੋਗ ਹੈ ਉਹਦੇ ਸੰਬੰਧ ਵਿੱਚ। ਉਹ ਕਹਿੰਦੇ ਆ ਵੀ ਜਿਹੜੇ ਖੇਤਾਂ 'ਚ ਰੱਤਾ ਰੋਗ ਦਾ ਨੁਕਸ ਹੈਗਾ ਆ, ਕੀ ਅਸੀਂ ਉਸ ਖੇਤ 'ਚੋਂ ਬੀਜ ਰੱਖ ਸਕਦੇ ਹਾਂ? ਦੂਸਰਾ ਇਹਦੇ ਨਾਲ ਹੀ ਜੁੜਦਾ ਸਵਾਲ ਹੈ ਵੀ ਜੇ ਅਸੀਂ ਹੁਣ ਬਿਜਾਈ ਕਰਨੀ ਅੱਸੂ ਦੇ ਕਮਾਦ ਦੀ, ਤੇ ਸਾਨੂੰ ਰੱਤਾ ਰੋਗ ਤੋਂ ਬਚਣ ਲਈ ਕਿਹੜੀਆਂ ਸਾਵਧਾਨੀਆਂ ਵਰਤਣ ਦੀ ਲੋੜ ਹੈ? ਦੇਖੋ ਡਾਕਟਰ ਸਾਹਿਬ, ਇਹ ਤੇ ਜਿਹੜਾ ਨਾ ਬੜਾ ਵਧੀਆ ਸਵਾਲ ਹੈ, ਔਰ ਇਹ ਗੰਭੀਰ ਵਿਸ਼ਾ ਰੱਤਾ ਰੋਗ ਜਿਹੜਾ ਅਸੀਂ ਕਿਸਾਨ ਵੀਰਾਂ ਨੂੰ ਸਲਾਹ ਦਿੰਦੇ ਰਹਿੰਦੇ ਹਾਂ ਵੀ ਇਹਦੇ ਤੋਂ ਆਪਾਂ ਜਿਹੜਾ ਵਾ ਬਹੁਤ ਹੀ ਬਚਾਅ ਕਰਨ ਦੀ ਲੋੜ ਆ। ਰੱਤਾ ਰੋਗ ਇਹ ਵੱਧ ਰਿਹਾ, ਔਰ ਜ਼ਿਆਦਾਤਰ ਇਹ ਪੁਰਾਣੀ ਵੈਰਾਈਟੀ ਹੈ ਜਿਹੜੀ ਆ ਸਾਡੇ ਕੋਲ 238 ਉਹਦੇ ਵਿੱਚ ਜ਼ਿਆਦਾ ਆ ਰਿਹਾ, ਕਿਉਂਕਿ ਜਿਹੜੀ ਇਹ 238 ਵੈਰਾਈਟੀ ਸੀਗੀ ਕਾਫੀ ਏਰੀਏ ਦੇ ਵਿੱਚ ਘੱਟੋ ਘੱਟ 90-95% ਜਿਹੜਾ ਏਰੀਆ ਉਹ ਇਹਦੇ ਥੱਲੇ ਸੀਗਾ। ਪਹਿਲਾਂ ਸਾਡੇ ਕੋਲ ਨਵੀਆਂ ਵੈਰਾਈਟੀਆਂ ਨਹੀਂ ਸੀਗੀਆਂ, ਪਰ ਹੁਣ ਕਾਫੀ ਸਾਡੇ ਕੋਲ ਜਿਹੜੀਆਂ ਨਵੀਆਂ ਵੈਰਾਈਟੀਆਂ ਜਿਹੜੀਆਂ ਉਹ ਆ ਚੁੱਕੀਆਂ ਕਿਸਮਾਂ, ਅਤੇ ਉਹਨਾਂ ਦੀ ਬਿਜਾਈ ਆਪਾਂ ਕਰ ਸਕਦੇ ਹਾਂ। ਔਰ ਰੱਤਾ ਰੋਗ ਅਗਰ ਤਾਂ ਖੜੇ ਗੰਨੇ ਦੇ ਵਿੱਚ ਇਹਦੀ ਸਮੱਸਿਆ ਕਿਸਾਨ ਨੂੰ ਦਿਖਦੀ ਆ, ਮੋਨੀਟਰਿੰਗ ਰੈਗੂਲਰ ਕਰਨੀ ਚਾਹੀਦੀ। ਅਗਰ 1-2 ਗੰਨੇ ਜਾਂ ਇਸ ਤੋਂ ਜ਼ਿਆਦਾ ਗੰਨੇ ਜੇ ਖਰਾਬ ਦਿਖਦੇ, ਤੁਰੰਤ ਹੀ ਉਹਨਾਂ ਗੰਨਿਆਂ ਨੂੰ ਪੁੱਟ ਕੇ ਇਹਨੂੰ ਦਬਾ ਦੇਣਾ ਚਾਹੀਦਾ। ਔਰ ਅਗਰ ਜਿਹੜਾ ਵਾ ਉਹਨੂੰ ਲੱਗੇ ਵੀ ਮੇਰਾ ਖੇਤ ਘੱਟੋ ਘੱਟ ਵੀ 20% 30% ਖਰਾਬ ਹੋ ਰਿਹਾ, ਅਤੇ ਉਹਦੇ ਨੂੰ ਬਿਲਕੁਲ ਹੀ ਪਹਿਲ ਦੇ ਆਧਾਰ 'ਤੇ ਜਿਹੜੀ ਆ ਉਹ ਗੰਨੇ ਨੂੰ ਕਟਾਈ ਕਰਨੀ ਚਾਹੀਦੀ ਆ, ਮਿੱਲ ਦੇ ਵਿੱਚ ਸੁੱਟ ਕੇ ਪੜਾਈ ਕਰਨੀ ਚਾਹੀਦੀ। ਔਰ ਉਸ ਜਿਹੜੀ ਆ ਉਸ ਖੇਤ ਦੇ ਵਿੱਚ ਘੱਟੋ ਘੱਟ ਵੀ 2-3 ਸਾਲ ਫਿਰ ਗੰਨਾ ਨਹੀਂ ਬੀਜਣਾ ਚਾਹੀਦਾ, ਔਰ ਨਾ ਹੀ ਉਹਦੇ ਵਿੱਚੋਂ ਬੀਜ ਰੱਖਣਾ ਚਾਹੀਦਾ। ਔਰ ਨਾਲ ਦੀ ਨਾਲ ਤੁਸੀਂ ਕਿਹਾ ਕਿ ਹੁਣ ਅੱਸੂ ਦੀ ਬਿਜਾਈ ਕਰਨੀ ਆ ਅਤੇ ਰੱਤੇ ਰੋਗ ਦੀ ਸਾਵਧਾਨੀ, ਬਿਲਕੁਲ ਸਭ ਤੋਂ ਪਹਿਲੀ ਤਾਂ ਗੱਲ ਆ ਵੀ ਵੈਰਾਈਟੀ ਦੀ ਚੋਣ ਉਹ ਕਰੋ ਵੀ ਜਿਹੜੀ ਆ ਵੈਰਾਈਟੀ 'ਚ ਰੱਤਾ ਰੋਗ ਦੀ ਪ੍ਰੋਬਲਮ ਨਹੀਂ ਆਉਂਦੀ। ਮੈਂ ਕਿਸਾਨ ਵੀਰ ਨੂੰ ਕਹਿਣਾ ਚਾਹਾਂਗਾ ਕਿ 238 ਨੂੰ ਘਟਾ ਕੇ ਨਵੀਆਂ ਵੈਰਾਈਟੀਆਂ ਥੱਲੇ ਜਿਹੜਾ ਰਕਬਾ ਲਿਆਂਦਾ ਜਾਵੇ। ਔਰ ਬੀਜ ਦੀ ਸੋਧ ਜਦੋਂ ਆਪਾਂ ਕਰਨੀ, ਬੀਜ ਦੀ ਸੋਧ ਕਰਕੇ ਕਰਨੀ। ਈਥਰਲ ਦਵਾਈ 25 ml ਜਿਹੜੀ ਆ 100 ਲੀਟਰ ਪਾਣੀ ਪਾ ਕੇ 24 ਘੰਟੇ ਲਈ ਗੰਨੇ ਨੂੰ ਭਿਓ ਕੇ ਰੱਖਣਾ ਬਹੁਤ ਹੀ ਜ਼ਰੂਰੀ ਆ। ਇਸ ਔਰ ਉਸ ਤੋਂ ਇਲਾਵਾ ਜੇ ਮੈਂ ਪਹਿਲਾਂ ਵੀ ਜਿਸ ਤਰ੍ਹਾਂ ਦੱਸਿਆ ਵੀ ਖੇਤ ਦੇ ਵਿੱਚ ਜਿੱਥੇ ਰੱਤਾ ਰੋਗ ਆਇਆ ਉੱਥੇ ਆਪਾਂ ਬਿਜਾਈ ਘੱਟੋ ਘੱਟ 2 ਸਾਲ ਦਿਨ ਅਵਾਇਡ ਕਰਨੀ ਆ। ਇਹਨਾਂ ਚੀਜ਼ਾਂ ਦਾ ਧਿਆਨ ਰੱਖ ਕੇ ਇਹ ਬਿਮਾਰੀ ਤੋਂ ਜਿਹੜਾ ਆਪਾਂ ਬਚਾਅ ਕਰ ਸਕਦੇ ਹਾਂ। ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ। ਸੋ ਕਿਸਾਨ ਵੀਰੋ, ਇਹ ਜਿਹੜੇ ਅੱਜ ਦੇ ਸਵਾਲ ਸੀ ਕਣਕ ਨਾਲ ਸੰਬੰਧਿਤ ਅਤੇ ਗੰਨੇ ਨਾਲ ਸੰਬੰਧਿਤ ਸੀਗੇ, ਅਤੇ ਮਾਹਿਰਾਂ ਨੇ ਤੁਹਾਨੂੰ ਜਿਹੜੇ ਆਪਣੇ ਤਜਰਬੇ ਤੋਂ ਜੋ ਫੀਲਡ 'ਚ ਵਿਚਰਦੇ ਨੇ ਉਹਦੇ ਆਧਾਰ 'ਤੇ ਤੁਹਾਨੂੰ ਜਵਾਬ ਦਿੱਤੇ ਨੇ। ਉਮੀਦ ਕਰਦੇ ਹਾਂ ਵੀ ਇਹ ਜਿਹੜੇ ਸਵਾਲ ਹੈ ਇਹਨਾਂ ਨਾਲ ਕਾਫੀ ਕਿਸਾਨਾਂ ਦੇ ਜਿਹੜੇ ਮੌਜੂਦਾ ਸਥਿਤੀ ਹਾਲਾਤਾਂ 'ਚ ਸ਼ੰਕੇ ਨੇ ਉਹ ਦੂਰ ਹੋਣਗੇ, ਅਤੇ ਤੁਸੀਂ ਇਹਨਾਂ ਸੁਝਾਵਾਂ ਨੂੰ ਆਪਣੀ ਜਿਹੜੀ ਖੇਤੀਬਾੜੀ ਵਿੱਚ ਲਾਗੂ ਕਰਕੇ ਜਿਹੜਾ ਆਪਣੀ ਖੇਤੀ ਨੂੰ ਵੱਧ ਤੋਂ ਵੱਧ ਜਿਹੜਾ ਉਹ ਲਾਹੇਵੰਦ ਬਣਾਓਗੇ, ਖਰਚੇ ਘਟਾਓਗੇ। ਸੋ ਇਹਨਾਂ ਹੀ ਸ਼ਬਦਾਂ ਨਾਲ ਆਪ ਸਭ ਜੀ ਦਾ ਬਹੁਤ ਬਹੁਤ ਧੰਨਵਾਦ।